सत श्री अकाल, नमस्कार, आदाब। मैं हाँ बलबीर जंडू, तुहाडा सब दा सज्जन मीडिया चैनल उत्ते स्वागत है। विधान सभा दीयां चोणां ਜਿਹੜੀਆਂ ਦੋ ਰਾਜਾਂ 'ਚ ਹੋਈਆਂ, ਗੁਜਰਾਤ ਤੇ ਹਿਮਾਚਲ ਪ੍ਰਦੇਸ਼, ਭਾਵੇਂ ਕਿ 7 ਹੋਰ ਵੀ ਜਿਹੜੀਆਂ ਉਪ ਚੋਣਾਂ ਹੋਈਆਂ, ਜਿਨ੍ਹਾਂ ਵਿੱਚ ਇੱਕ ਲੋਕ ਸਭਾ ਦੀ ਸੀਟ ਹੈ ਔਰ 6 ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ। ਪਰ ਅਸੀਂ ਆਪਣੀ ਚਰਚਾ ਦੇ ਵਿੱਚ ਜੋ ਗੁਜਰਾਤ ਵਿੱਚ ਵਾਪਰਿਆ, ਜੋ ਹਿਮਾਚਲ ਪ੍ਰਦੇਸ਼ 'ਚ ਵਾਪਰਿਆ, ਉਸ ਨੂੰ ਲਵਾਂਗੇ। ਤੇ ਉਸ ਦੇ ਵਿੱਚ ਵੀ ਜਿਹੜੀ ਆਮ ਤੌਰ ਤੇ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦਾ ਨਤੀਜਾ ਗੁਜਰਾਤ 'ਚ ਆਇਆ, ਹਿਮਾਚਲ 'ਚ ਬਿਲਕੁਲ ਉਸ ਦੇ ਉਲਟ ਨਤੀਜਾ ਆਇਆ। ਤੇ ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ ਦੇ ਚਿਹਰੇ ਦੇ ਉੱਤੇ ਹਰ ਚੋਣ ਲੜੀ ਜਾ ਰਹੀ ਹੈ, ਤਾਂ ਉਸ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿਰਫ ਚਿਹਰੇ ਤੇ ਚੋਣ ਲੜੀ ਜਾ ਰਹੀ ਹੈ, ਪਾਰਟੀ ਦਾ ਕਿਤੇ ਵੀ ਨਾਂ ਨਹੀਂ ਆ ਰਿਹਾ। ਤੇ ਜੇ ਉਸ ਗੱਲ ਦੇ ਪਿੱਛੇ ਅਸੀਂ ਜਾਈਏ ਜਾਂ ਉਸ ਨੂੰ ਦੇਖੀਏ, ਤਾਂ ਉਸ ਤੋਂ ਬੜਾ ਸਪਸ਼ਟ ਹੁੰਦਾ ਹੈ ਕਿ ਉਸ ਚਿਹਰੇ ਦਾ ਫਿਰ ਹਿਮਾਚਲ 'ਚ ਉਹ ਪ੍ਰਭਾਵ ਕਿਉਂ ਨਹੀਂ ਪਿਆ ਤੇ ਕੱਲਾ ਗੁਜਰਾਤ ਤੱਕ ਸੀਮਤ ਕਿਉਂ ਰਿਹਾ, ਤੇ ਉਸ ਦਾ ਜਿਹੜਾ ਸਮੁੱਚਾ ਜਿਹੜਾ ਅਸਰ ਹੈ ਆਉਣ ਵਾਲੇ ਸਮੇਂ 'ਚ ਕੀ ਪੈਣ ਦੇ ਜਿਹੜੇ ਅਸਾਰ ਬਣ ਰਹੇ, ਕੀ ਸੰਭਾਵਨਾਵਾਂ ਨੇ, ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਇਸ ਚਰਚਾ ਦੇ ਲਈ ਸਾਡੇ ਨਾਲ ਅੱਜ ਜੁੜੇ ਨੇ ਸਾਡੇ ਵਿਸ਼ੇਸ਼ ਮਹਿਮਾਨ, ਪੰਜਾਬ ਯੂਨੀਵਰਸਿਟੀ ਦੀ ਸ਼ਹੀਦ ਭਗਤ ਸਿੰਘ ਚੇਅਰ ਦੇ ਪ੍ਰੋਫੈਸਰ ਚੇਅਰਮੈਨ ਤੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਰਹੇ ਤੇ ਡੀਨ ਰਹੇ ਪ੍ਰੋਫੈਸਰ ਰੌਣਕੀ ਰਾਮ ਜੀ। ਉਹਨਾਂ ਤੋਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਉਹ ਇਹ ਸਾਰਾ ਜੋ ਕੁਝ ਵਾਪਰਿਆ, ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਇਸ ਦੇ ਉਹ ਕੀ ਅਰਥ ਲੈਂਦੇ ਆ, ਤੇ ਭਵਿੱਖ ਦੇ ਵਿੱਚ ਇਸ ਦਾ ਜਿਹੜਾ ਕੀ ਜਿਹੜੀਆਂ ਚੋਣਾਂ ਤੇ ਅਸਰ ਪਏਗਾ। ਕਿਉਂਕਿ ਆਉਣ ਵਾਲੇ ਸਾਲ ਦੇ ਵਿੱਚ 2023 ਦੇ ਵਿੱਚ ਹੋਰ ਵੀ ਜਿਹੜੇ ਕਈ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਕਈ ਰਾਜਾਂ ਵਿੱਚ ਹੋਣੀਆਂ, ਤਾਂ ਉਸ ਦੇ ਉੱਤੇ ਇਸ ਦਾ ਅਸਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਸਕਦਾ, ਤੇ ਸਮੁੱਚਾ ਜਿਹੜਾ 2024 ਦੀ ਤਿਆਰੀ ਦੇ ਵਜੋਂ ਗੁਜਰਾਤ ਦੀਆਂ ਚੋਣਾਂ ਨੂੰ ਪੇਸ਼ ਕੀਤਾ ਗਿਆ, ਉਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ। ਪ੍ਰੋਫੈਸਰ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਪ੍ਰੋਫੈਸਰ, ਜੋ ਗੁਜਰਾਤ 'ਚ ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਦੇ ਚਿਹਰੇ ਕਰਕੇ ਉੱਥੇ ਇੰਨਾ ਵੱਡਾ ਜਿਹੜਾ ਫਤਵਾ ਜਾਂ ਇੰਨਾ ਵੱਡਾ ਲੋਕਾਂ ਨੇ ਫੈਸਲਾ ਜਿਹੜਾ ਹੈ ਨਰਿੰਦਰ ਮੋਦੀ ਦੇ ਹੱਕ 'ਚ ਸੁਣਾਇਆ, ਪਰ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਵੀ ਜਿਹੜੇ ਉੱਥੇ ਵੀ ਚੋਣਾਂ ਜਿਹੜੀਆਂ ਉਹ ਨਰਿੰਦਰ ਮੋਦੀ ਦੇ ਚਿਹਰੇ ਦੇ ਉੱਤੇ, ਨਰਿੰਦਰ ਮੋਦੀ ਦੇ ਨਾਂ ਦੇ ਉੱਤੇ ਹੀ ਲੜੀਆਂ ਗਈਆਂ। ਪਰ ਉੱਥੇ ਰਿਜ਼ਲਟ ਜਿਹੜੇ ਹੈ, ਉੱਥੇ ਜਿਹੜੇ ਨਤੀਜੇ ਹਿਮਾਚਲ ਪ੍ਰਦੇਸ਼ ਉਹ ਬਿਲਕੁਲ ਵੱਖਰੇ ਆਏ ਤੇ ਗੁਜਰਾਤ 'ਚ ਬਿਲਕੁਲ ਵੱਖਰੇ ਆਏ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਟੰਡੂ ਸਾਹਿਬ, ਇਹ ਜਿਹੜੇ ਦੋਨੇ ਸਾਡੇ ਇਲੈਕਸ਼ਨ ਹੋਏ ਨੇ ਵਿਧਾਨ ਸਭਾਵਾਂ ਦੇ, ਗੁਜਰਾਤ ਵਿੱਚ ਔਰ ਹਿਮਾਚਲ ਪ੍ਰਦੇਸ਼ ਵਿੱਚ, ਇਹ ਇਲੈਕਸ਼ਨ ਦੇ ਜਿਹੜੇ ਨਤੀਜੇ ਸਾਡੇ ਸਾਹਮਣੇ ਆਏ ਆ, ਉਹ ਨਤੀਜੇ ਬੜੇ ਮਹੱਤਵਪੂਰਨ ਨੇ। ਉਹਨਾਂ ਨੂੰ ਬਹੁਤ ਹੀ ਵੱਖ-ਵੱਖ ਨਜ਼ਰੀਏ ਤੋਂ ਦੇਖਣਾ ਬਣਦਾ ਹੈ, ਕਿਉਂਕਿ ਇਹ ਜਿਹੜੇ ਦੋ ਇਲੈਕਸ਼ਨ ਸਨ, ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬੇਬਿਲਿਟੀਜ਼ ਆ, ਤੁਸੀਂ ਇਸ਼ਾਰਾ ਕੀਤਾ 23 'ਚ 24 ਦਾ ਇਲੈਕਸ਼ਨ ਆ ਰਿਹਾ, ਇਸ ਤਰ੍ਹਾਂ ਦੀਆਂ ਸਾਰੀਆਂ ਪੋਸੀਬਿਲਿਟੀ ਬਣ ਰਹੀਆਂ ਨੇ। ਉਹਨੂੰ ਸਮਝਣ ਲਈ ਇਹ ਦੋ ਇਲੈਕਸ਼ਨ ਦਾ, ਉਹਨਾਂ ਦੇ ਨਤੀਜਿਆਂ ਦਾ ਬੜਾ ਇੱਕ ਸੰਦਰਭ ਅੱਛਾ ਬਣ ਜਾਂਦਾ ਹੈ, ਕਿਉਂਕਿ ਇਹ ਦੋ ਇਲੈਕਸ਼ਨ ਉਹ ਨੇ ਜਿਨ੍ਹਾਂ ਦੇ ਵਿੱਚ ਕਈ ਕੁਝ ਸਟੇਕ ਤੇ ਸੀਗਾ। ਇੱਕ ਤਾਂ ਵਨ ਕਿ ਕਾਂਗਰਸ ਮੁਕਤ ਭਾਰਤ, ਦੂਸਰਾ ਆਮ ਆਦਮੀ ਪਾਰਟੀ ਦਾ ਦਿੱਲੀ ਤੇ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਹੋਰ ਪਾਸੇ ਆਪਣੀ ਸ਼ਾਖ ਲਗਾਉਣੀ। ਉਸ ਤੋਂ ਬਾਅਦ ਜਿਹੜੀ ਇਸ ਲਈ ਪ੍ਰੈਜ਼ੀਡੈਂਟ ਸਰਕਾਰ ਹੈ ਸੈਂਟਰ ਵਿੱਚ, ਹਿਮਾਚਲ 'ਚ ਸੀ, ਉਹੀ ਸਰਕਾਰ ਗੁਜਰਾਤ ਵਿੱਚ ਸੀ, ਉਹਨਾਂ ਦੀ ਕਾਰਜਗੁਜ਼ਾਰੀ ਉੱਤੇ ਫਰਦਰ ਸਟੈਂਪ ਲਗਾਉਣੀ, ਜਾਂ ਉਹਨਾਂ ਦੇ ਉੱਤੇ ਕੋਈ ਮਤਲਬ ਉਹਨਾਂ ਨੂੰ ਲੈ ਕੇ ਲੋਕਾਂ ਦੀ ਓਪੀਨੀਅਨ ਦਾ ਹੋਰ ਕੁਝ ਸਾਡੇ ਸਾਹਮਣੇ ਨਜ਼ਰੀਆ ਬਣਨਾ ਬੜਾ ਇੰਟਰਸਟਿੰਗ ਹੈ। ਆਮ ਤੌਰ ਦੇ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਸਟੇਟ ਦੀਆਂ ਅਸੈਂਬਲੀ ਦੀਆਂ ਇਲੈਕਸ਼ਨ ਹੁੰਦੀਆਂ ਨੇ, ਭਾਰਤੀ ਜਿਹੜਾ ਵੋਟਰ ਹੈ, ਭਾਰਤੀ ਇਲੈਕਟੋਰੇਟਸ ਨੇ, ਉਹ ਮਤਲਬ ਇੰਨਾ ਕੁ ਸਮਝ ਰੱਖਦੇ ਨੇ ਵੀ ਜੋ ਸੈਂਟਰ 'ਚ ਸਰਕਾਰ ਹੈ ਉਹਦੀ ਸਰਕਾਰ ਨੂੰ ਹੀ
ਉਹ ਸੂਬੇ 'ਚ ਬਣਾ ਦਿੰਦੇ ਨੇ, ਕਿਉਂਕਿ ਉਹਨੂੰ ਲੱਗਦਾ ਹੁੰਦਾ ਕਿ ਅਸੀਂ ਸੂਬੇ 'ਚ ਸਰਕਾਰ ਕੋਈ ਹੋਰ ਬਣਾ ਲਈਏ, ਪਾਰਟੀ ਦੀ ਸੈਂਟਰ 'ਚ ਹੋਰ ਹੈ, ਉਹਨਾਂ ਦਾ ਆਪਣਾ ਜਿਹੜਾ ਮੁਅੱਤਲਾ ਹੈਗਾ ਉਹਦੇ ਨਾਲ ਅੰਡਰਸਟੈਂਡਿੰਗ ਹੈਗੀ ਆ, ਉਹ ਸ਼ਾਇਦ ਉਨੀ ਵਧੀਆ ਨਾ ਬਣੇ, ਫੰਡ ਲੈਣੇ ਹੁੰਦੇ ਆ, 100 ਤਰ੍ਹਾਂ ਦੇ ਸੰਬੰਧ ਹੁੰਦੇ ਆ ਕਿ ਫੈਡਰਲ ਸਿਸਟਮ ਹੈ, ਉਹਦੇ 'ਚ ਦੋ ਸਟੇਟਾਂ ਨੇ ਅਲੱਗ-ਅਲੱਗ ਆਪਣੇ ਵਰਡਿਕਟ, ਅਲੱਗ-ਅਲੱਗ ਆਪਣੀਆਂ ਨਤੀਜੇ ਦਿੱਤੇ ਨੇ। ਗੁਜਰਾਤ ਵਿੱਚ ਤੇ ਉਹਨਾਂ ਨੇ 7ਵੀਂ ਵਾਰੀ, ਖੈਰ ਐਤਕੀ ਤਾਂ ਗੁਜਰਾਤ ਵਿੱਚ ਕਮਾਲ ਹੀ ਹੋ ਗਿਆ, ਬੀਜੇਪੀ ਨੇ ਆਪਣਾ ਰਿਕਾਰਡ ਵੀ ਤੋੜ ਦਿੱਤਾ, ਔਰ ਹੁਣ ਤੱਕ ਜਿਹੜਾ ਸਟੇਟ ਦਾ ਰਿਕਾਰਡ ਸੀ ਤੋੜਿਆ, ਕਿਉਂਕਿ ਮੈਕਸੀਮਮ ਕਾਂਗਰਸ ਨੇ 149 ਸੀਟਾਂ ਉੱਥੋਂ ਪ੍ਰਾਪਤ ਕੀਤੀਆਂ ਸੀ, ਐਤਕੀ ਤਾਂ 156 ਹੋ ਗਈ ਹੈ। ਇੱਕ ਤਾਂ ਇਹ, ਲੇਕਿਨ ਦੂਸਰੇ ਪਾਸੇ ਹਿਮਾਚਲ ਵਿੱਚ ਜਿਹੜੀ ਆ ਲੋਕਾਂ ਨੇ, ਵੋਟਰਸ ਨੇ ਸਰਕਾਰ ਨੂੰ ਬਦਲ ਦਿੱਤਾ, ਉਹਨਾਂ ਨੇ ਸੇਮ ਪਾਰਟੀ ਦੀ ਸਰਕਾਰ ਨਹੀਂ ਲਈ ਜਿਹੜੀ ਸੈਂਟਰ 'ਚ ਸੀ, ਔਰ ਆਪਣਾ ਜਿਹੜਾ ਵਰਡਿਕਟ ਹੈ ਉੱਥੇ ਦੀ ਬੀਜੇਪੀ ਸਰਕਾਰ ਦੇ ਪਾਰਟੀ ਦੇ ਵਿਰੁੱਧ ਦਿੱਤਾ। ਹੁਣ ਦੇਖਿਆ ਜਾਵੇ ਕਿ ਗੁਜਰਾਤ ਵਿੱਚ ਔਰ ਹਿਮਾਚਲ ਵਿੱਚ ਜਿਹੜਾ ਰੋਲ ਅਦਾ ਕੀਤਾ ਸਰਕਾਰ, ਬੀਜੇਪੀ ਸਰਕਾਰ ਨੇ ਦੋਨਾਂ ਦੇ ਵਿੱਚ, ਐਸਾ ਤਾਂ ਨਹੀਂ ਹੈ ਕਿ ਹਿਮਾਚਲ 'ਚ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਬੜਾ ਕੁਝ ਕੀਤਾ, ਕਾਫੀ ਕੁਝ ਕੀਤਾ, ਔਰ ਬੜੀ ਉਮੀਦ ਵੀ ਸੀ, ਇਸ ਲਈ ਵੋਟਾਂ ਬੜੀਆਂ ਮਿਲੀਆਂ। ਪਰਸੈਂਟੇਜ ਜਿਹੜਾ ਹੈਗਾ ਉਹ ਮਤਲਬ ਤੁਹਾਡੇ ਸਾਹਮਣੇ 1% ਦਾ ਹੀ ਫਰਕ ਹੈਗਾ, 43 ਪੁਆਇੰਟ, ਜਿਹੜਾ ਮੇਰਾ ਡਾਟਾ ਥੋੜਾ ਜਿਹਾ ਓਲਡ ਹੋਵੇ, 43.9 ਤੇ 43। ਹੁਣ ਜਦੋਂ ਇਹ ਦੋ ਸਾਡੇ ਸਾਹਮਣੇ ਨਤੀਜੇ ਆਉਂਦੇ ਨੇ, ਇੱਕ ਅਲੱਗ ਨਤੀਜਾ ਗੁਜਰਾਤ ਦਾ, ਦੂਜਾ ਹਿਮਾਚਲ ਦਾ, ਇਹਨੂੰ ਸਮਝਣਾ ਬਣਦਾ। ਇਹਦੇ 'ਚ ਪਹਿਲਾਂ ਮੈਂ ਲਵਾਂਗਾ ਹਿਮਾਚਲ ਦੇ ਵਿੱਚ ਅਸੀਂ ਦੇਖਿਆ ਕਿ ਗੁਜਰਾਤ ਵਿੱਚ ਵੀ ਤੁਸੀਂ ਲੈ ਲਓ, ਪੰਜਾਬ 'ਚ ਵੀ ਲੈ ਲਓ, ਸਾਊਥ ਇੰਡੀਆ 'ਚ ਲੈ ਲਓ, ਟ੍ਰੈਂਡ ਜਿਹੜਾ ਬਣਿਆ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਰਾਹਤ ਦੇਣੀ, ਚਾਹੇ ਉਹ ਉਹਨਾਂ ਦੇ ਖਾਣ ਪੀਣ ਦੀਆਂ ਵਸਤੂਆਂ 'ਚ, ਜਿਵੇਂ ਕਿ ਪੰਜਾਬ ਦੇ ਵਿੱਚ ਦਾਲ ਤੇ ਕਣਕ ਦੀ, ਸਾਊਥ ਵਿੱਚ ਚਾਵਲ ਦੀ, ਇਸ ਤਰ੍ਹਾਂ ਹੀ ਇਲੈਕਟ੍ਰਿਸਿਟੀ ਦੀਆਂ ਜਿਹੜੀਆਂ ਬਿੱਲਸ ਦੇ ਉਹਨਾਂ ਦੀ, ਹੋਰ ਜਿਸ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਦੀ, ਔਰ ਕਿ ਹੈਲਥ ਐਜੂਕੇਸ਼ਨ ਨੂੰ ਲੈ ਕੇ, ਜਿਵੇਂ ਕਿ ਦਿੱਲੀ ਦਾ ਮਾਡਲ, ਪੰਜਾਬ ਦਾ ਮਾਡਲ, ਉਸ ਤੋਂ ਪਹਿਲਾਂ ਗੁਜਰਾਤ ਦੇ ਮਾਡਲ ਦੀ ਗੱਲ ਹੋਈ, ਨਿਊ ਮਾਰਕੀਟ ਦੀ ਇਕਨੋਮੀ ਦੀ ਗੱਲ ਹੋਈ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਹਿਮਾਚਲ ਦੇ ਵਿੱਚ ਜਿਹੜੀ ਇੱਕ ਧਾਰਨਾ ਉੱਠ ਕੇ ਆਈ ਆ, ਕਿਉਂਕਿ ਮੈਂ ਪਹਿਲਾਂ ਹੀ ਕਹਿ ਦੇਵਾਂ, ਜਦੋਂ ਅਸੀਂ ਇਲੈਕਸ਼ਨ ਦਾ ਐਨਾਲਿਸਿਸ ਕਰਦੇ ਆ, ਆਮ ਤੌਰ ਦੇ ਉੱਤੇ ਤਕਰੀਬਨ ਸਾਰਿਆਂ ਹੀ, ਜਦੋਂ ਅਸੀਂ ਇਹਨਾਂ ਚੀਜ਼ਾਂ ਦੀ ਅੰਡਰਸਟੈਂਡਿੰਗ ਕਰਦੇ ਆ, ਐਨਾਲਿਸਿਸ ਕਰਦੇ ਆ, ਉਹਨਾਂ ਨੂੰ ਅਸੀਂ ਘੋਖਦੇ ਆ, ਭਾਖਦੇ ਆ, ਤਾਂ ਅਕਸਰ ਅਸੀਂ ਜਾਂ ਤੇ ਪੋਲੀਟੀਕਲ ਪਾਰਟੀ ਦੇ ਨਜ਼ਰੀਏ ਤੋਂ, ਜਾਂ ਫਿਰ ਅਸੀਂ ਮੰਨ ਲੈਂਦੇ ਆ ਕਿ ਜੀ ਕੋਈ ਰਾਜਨੀਤਿਕ ਪਾਰਟੀ ਦਾ ਮੋਹਰਾ ਚਿਹਰਾ ਕਿਹੜਾ, ਉਹਦੇ ਸੰਦਰਭ ਤੋਂ, ਉਸ ਸੰਦਰਭ 'ਚ, ਜਾਂ ਫਿਰ ਅਸੀਂ ਲੈ ਲੈਂਦੇ ਆ ਕਿ ਇਨਕੋਮੈਂਸੀ ਫੈਕਟਰ ਹੈਗਾ, ਪਹਿਲਾਂ ਸਰਕਾਰ ਸੀ, ਹੁਣ ਲੋਕਾਂ ਨੇ ਉਹ ਜਿਹੜੀ ਸਰਕਾਰ, ਨਵੀਂ ਸਰਕਾਰ ਬਣਾਉਣੀ ਚਾਹਾਂਗੇ। ਅਸੀਂ ਇਹ ਕਦੇ ਵੀ ਇਸ ਐਂਗਲ ਤੋਂ ਇਲੈਕਸ਼ਨ ਦਾ ਨਹੀਂ ਕਰਦੇ ਅਧਿਐਨ ਕਿ ਇਹ ਭਾਰਤ ਦੇ ਲੋਕਤੰਤਰ ਨੂੰ ਕਿਵੇਂ ਰੋਸ਼ਨਾਉਂਦੇ ਨੇ, ਭਾਰਤ ਦੇ ਲੋਕਤੰਤਰ ਨੂੰ ਹੋਰ ਡੀਪ ਕਰਨ ਵਿੱਚ ਇਹਨਾਂ ਦਾ ਯੋਗਦਾਨ ਹੈ, ਜਾਂ ਲੋਕਤੰਤਰ ਜਿਹੜਾ ਹੈਗਾ ਉਹਨੂੰ ਕਿਸੇ ਤਰ੍ਹਾਂ ਦੀਆਂ ਚੁਣੌਤੀਆਂ ਆ ਰਹੀਆਂ ਨੇ ਇਹਨਾਂ ਇਲੈਕਸ਼ਨ ਦੇ ਜ਼ਰੀਏ ਤੋਂ ਕੀ ਮਿਲਦਾ। ਦੂਸਰੀ ਗੱਲ, ਇਹਨਾਂ ਇਲੈਕਸ਼ਨ ਦਾ ਨਜ਼ਰੀਆ ਜਿਹੜਾ ਹੈਗਾ ਉਹ ਲੋਕ ਚਾਹੀਦੇ ਨੇ, ਵੋਟਰ ਜਿਹਨਾਂ ਨੇ ਮਤ ਦਾ ਦਾਨ ਕੀਤਾ, ਮਤਦਾਤਾ ਲੋਕ ਹੈ ਵੋਟਾਂ ਪਾਉਣ ਵਾਲੇ, ਉਸ ਨਜ਼ਰੀਏ ਤੋਂ ਅਗਰ ਉਸ ਨਜ਼ਰੀਏ ਤੋਂ ਦੇਖੀਏ, ਮੈਨੂੰ ਲੱਗਦਾ ਕਿ ਦੋਨਾਂ ਸਟੇਟਾਂ ਵਿੱਚ ਅਲੱਗ-ਅਲੱਗ ਤਰ੍ਹਾਂ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਤੇ ਡਾਟਾ ਆਇਆ। ਹਿਮਾਚਲ ਵਿੱਚ ਤੇ ਉਹਨਾਂ ਨੇ ਸੋਚਿਆ ਕਿ ਠੀਕ ਹੈ, ਸਾਨੂੰ ਸਹੂਲਤਾਂ ਤੁਸੀਂ ਦੇ ਰਹੇ ਹੋ, ਜਿਹਨੂੰ ਅਸੀਂ ਆਮ ਤੌਰ ਤੇ ਪਪੂਲਰ ਭਾਸ਼ਾ 'ਚ ਫ੍ਰੀ ਵੀਜ਼ ਕਹਿ ਦਿੰਦੇ ਆ, ਕੁਝ ਕਹਿ ਦਿੰਦੇ ਨੇ, ਲੇਕਿਨ ਲੋਕਾਂ ਵਾਸਤੇ ਤਾਂ ਇਹਦਾ ਬੜਾ ਅਹਿਮੀਅਤ ਹੈ ਨਾ। ਹਿਮਾਚਲ ਵਿੱਚ ਇਹ ਦੇਖ ਕੇ ਆਇਆ ਕਿ ਸਾਨੂੰ ਸਹੂਲਤਾਂ ਨਾ ਦਿਓ, ਸਾਨੂੰ ਇਸ ਕਾਬਲ ਬਣਾ ਦਿਓ ਕਿ ਸਾਨੂੰ ਤੁਹਾਡੇ ਤੋਂ ਸਹੂਲਤਾਂ ਦੀ ਜ਼ਰੂਰਤ ਨਾ ਪਵੇ, ਸਾਨੂੰ ਨੌਕਰੀ ਦੇ ਦਿਓ, ਸਾਨੂੰ ਪੈਨਸ਼ਨ ਦੇ ਦਿਓ। ਹਿਮਾਚਲ ਵਿੱਚ ਜ਼ਿਆਦਾ ਤੌਰ ਦੇ ਉੱਤੇ ਨੌਕਰੀ ਸ਼ੁਦਾ ਜਿਹੜੇ ਜਦ ਰਿਟਾਇਰ ਹੋਏ ਲੋਕੀ ਨੇ, ਉਹਨਾਂ ਨੇ ਪ੍ਰੈਫਰ ਕੀਤਾ, ਕਿਉਂਕਿ ਕਾਂਗਰਸ ਪਾਰਟੀ ਨੇ ਮੈਨੀਫੈਸਟੋ 'ਚ ਕਿਹਾ ਸੀਗਾ ਜੌਬ ਦੇਵਾਂਗੇ ਕਿ ਆਪਣਾ ਪੈਨਸ਼ਨ ਦਾ ਦੇਵਾਂਗੇ, ਲੇਕਿਨ ਜਿਹੜਾ ਨਿਊ ਮਾਡਲ ਹੈ ਉਹਦੇ 'ਚ ਜੌਬਸ ਘੱਟ ਨੇ, ਜੌਬਸ ਹੈ ਪ੍ਰਾਈਵੇਟ ਸੈਕਟਰ ਦੀ ਜੌਬਸ ਹੈ, ਹੋਰ ਕੋਈ ਉਹ ਕਹਿੰਦੇ ਇਹ ਵੀ ਜੌਬਸ ਨੇ, ਪਰ ਲੋਕਾਂ ਦਾ ਇਹ ਲੱਗਦਾ ਕਿ ਜੌਬ ਉਹ ਹੋਵੇ ਜਿਹਦੇ 'ਚ ਯਕੀਨਨ ਹੋਵੇ ਕਿ ਇਹ 30 ਦਿਨ 12 ਮਹੀਨੇ
ਜੌਬ ਮਿਲਣੀ ਹੈਗੀ ਆ। ਇਹ ਨਹੀਂ ਕਿ ਅੱਜ ਠੇਕੇ ਤੇ ਜਾਂ ਕੱਲ੍ਹ ਨੂੰ ਚਲ ਜਾਵੇ। ਹਿਮਾਚਲ ਵਿੱਚ ਇਹ ਧਾਰਨਾ ਮਿਲਣ ਨੂੰ ਆਈ ਆ। ਦੂਜੀ ਗੱਲ ਹੋਰ ਲੱਗਦੀ ਆ ਕਿ ਹਿਮਾਚਲ ਦੇ ਵਿੱਚ ਇਹ ਵੀ ਧਾਰਨਾ ਮਿਲਣ ਨੂੰ ਆਈ ਆ ਕਿ ਲੋਕਾਂ ਨੇ ਸੋਚਿਆ ਕਿ ਕਿਸੇ ਵੀ ਤਰੀਕੇ ਨਾਲ ਅਪੋਜੀਸ਼ਨ ਜ਼ਰੂਰੀ ਆ ਜੇ ਅਸੀਂ ਸਰਕਾਰਾਂ ਤੋਂ ਲਗਾਤਾਰ ਫਾਇਦਾ ਲੈਣਾ ਹੈ। ਜੇ ਅਪੋਜੀਸ਼ਨ ਬਣੂਗੀ ਉਹ ਲੋਕਤੰਤਰ ਵਾਸਤੇ ਬਹੁਤ ਹੀ, ਜਿਹਨੂੰ ਕਹਿੰਦੇ ਹੈਗੇ ਆ, ਉਹ ਯੁਕਤਵਰਧਕ ਹੋਏਗੀ। ਲੋਕਤੰਤਰ ਵਾਸਤੇ ਬਹੁਤ ਹੀ ਉਹ ਸਿਹਤਮੰਦ ਹੋਏਗੀ। ਲੋਕਾਂ ਨੂੰ ਪਤਾ ਕਿ ਕੋਈ ਪਾਰਟੀ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਪ੍ਰਤੀਨਿਧਤਾ ਹੈਗੀ ਆ ਉਹ ਠੀਕ ਢੰਗ ਨਾਲ ਕਰੂਗੀ। ਉੱਥੇ ਤਾਂ ਉਹਨਾਂ ਨੇ ਅਪੋਜੀਸ਼ਨ ਨੂੰ ਆਂਦਾ ਤੇ ਕਾਂਗਰਸ ਮੁਕਤ ਭਾਰਤ ਦਾ ਜਿਹੜਾ ਇੱਕ ਨਾਰਾ ਸੀਗਾ, ਉੱਥੇ ਲੋਕਾਂ ਨੇ ਇਸ ਗੱਲ ਨੂੰ ਇਹਦੇ ਉੱਤੇ ਅਗੇਂਸਟ ਆਪਣਾ ਫਤਵਾ ਦਿੱਤਾ। ਹੁਣ ਗੁਜਰਾਤ ਵਿੱਚ ਆ ਜਾਓ। ਹਾਂ, ਤੁਸੀਂ ਕੁਝ ਕਹਿਣ ਲੱਗੇ ਸੀ? ਤੁਸੀਂ ਕੁਝ ਕਹਿਣ ਲੱਗੇ ਹੋ? ਹਾਂਜੀ ਪ੍ਰੋਫੈਸਰ ਸਾਹਿਬ, ਉਹਦੇ ਚ ਮੇਰੀ ਇੱਕ ਸੀ ਸਵਾਲ ਕਿ ਦੋਨਾਂ ਥਾਵਾਂ ਦੇ ਉੱਤੇ ਨਰਿੰਦਰ ਮੋਦੀ ਉਹਨਾਂ ਨੇ ਹਿਮਾਚਲ ਚ 9 ਰੈਲੀਆਂ ਕੀਤੀਆਂ ਤੇ ਗੁਜਰਾਤ ਦੇ ਵਿੱਚ 53 ਰੈਲੀਆਂ ਕੀਤੀਆਂ, ਤੇ ਪਰ ਦੋਨਾਂ ਥਾਵਾਂ ਤੇ ਉਹ ਇਹ ਗੱਲ ਕਹਿੰਦੇ ਰਹੇ ਕਿ ਜੇ ਤੁਸੀਂ ਆਪਣੇ ਸੂਬੇ ਦਾ ਵਿਕਾਸ ਚਾਹੁੰਦੇ ਹੋ ਤਾਂ ਇੱਥੇ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ। ਮਤਲਬ ਥੱਲੇ ਵੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਵੇ ਤੇ ਉੱਪਰ ਵੀ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਭਾਰਤੀ ਜਨਤਾ ਪਾਰਟੀ ਦਾ, ਡਬਲ ਇੰਜਨ ਦੀ ਸਰਕਾਰ। ਨੰਬਰ 1। ਨੰਬਰ 2, ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਗੁਜਰਾਤ ਦੇ ਲੋਕਾਂ ਨੇ ਫਤਵਾ ਦਿੱਤਾ ਹੈ, ਉਹ ਜਿਹੜਾ ਉੱਥੋਂ ਦਾ ਵਿਕਾਸ ਦਾ ਮਾਡਲ ਹੈ ਉਹਦੇ ਉੱਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਐਡਾ ਵੱਡਾ ਫਤਵਾ ਦਿੱਤਾ ਹੈਗਾ। ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਜਦੋਂ ਅਸੀਂ ਇਸ ਤਰ੍ਹਾਂ ਦੀ ਮੱਦ ਲੈ ਕੇ ਐਨਾਲਿਸਿਸ ਕਰਦੇ ਆ, ਉਹ ਨਜ਼ਰੀਆ ਇੱਕ ਪਾਰਟੀ ਦੀ ਆਪਣੀ ਅੰਡਰਸਟੈਂਡਿੰਗ ਦਾ ਨਜ਼ਰੀਆ ਹੈ। ਲੋਕਾਂ ਨੇ ਉਹਨੂੰ ਮੰਨਿਆ, ਉਹਦੇ ਤੇ ਆਪਣਾ ਮਾਈਂਡ ਅਪਲਾਈ ਕੀਤਾ। ਪੰਜਾਬ ਜੇ ਹਿਮਾਚਲ ਦੇ ਵਿੱਚ ਉਹਨਾਂ ਨੂੰ ਇਸ ਗੱਲ ਦੀ ਇਲਮ ਸੀਗਾ ਕਿ ਅਸੀਂ ਅਗਰ ਸਰਕਾਰ ਤੋਂ, ਜੋ ਡਬਲ ਇੰਜਨ ਦੀ ਵੀ ਸਰਕਾਰ ਹੈ, ਉਹ ਤਦੇ ਹੀ ਲੋਕਾਂ ਦੇ, ਉਹਨਾਂ ਦੀ ਮਤਲਬ ਇਸ ਐਂਗਲ ਤੋਂ ਕਹਿ ਸਕਦੇ ਆ ਕਿ ਲੋਕਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਦੇ ਨਾਲ ਕੰਮ ਕਰੇਗੀ, ਜੇ ਉਹਨਾਂ ਨੂੰ ਡਰ ਹੈ ਕਿ ਲੋਕ ਚੇਂਜ ਕਰ ਸਕਦੇ ਨੇ, ਪਲਟਾ ਦੇ ਸਕਦੇ। ਇਸ ਕਰਕੇ ਹਿਮਾਚਲ ਦੇ ਵਿੱਚ ਸਾਨੂੰ ਇਹ ਮਿਲਿਆ, ਲੇਕਿਨ ਇਹਦੇ ਉਲਟ ਪਰ ਉੱਥੇ ਤਾਂ ਹਿਮਾਚਲ ਦੇ ਲੋਕਾਂ ਨੇ ਤਾਂ ਉਸ ਗੱਲ ਨੂੰ ਰੱਦ ਕਰ ਦਿੱਤਾ ਨਾ ਕਿ ਸਾਨੂੰ ਡਬਲ ਇੰਜਨ ਦੀ ਸਰਕਾਰ ਨਹੀਂ ਚਾਹੀਦੀ। ਉਹਨਾਂ ਨੇ ਲੋਕਾਂ ਨੇ ਇੱਕ ਲੋਕਤੰਤਰ ਦੀ ਆਪਣੀ ਵੱਖਰੀ ਪਛਾਣ ਲਈ ਇਹ ਸੋਚਿਆ ਕਿ ਅਪੋਜੀਸ਼ਨ ਜ਼ਰੂਰੀ ਹੈ, ਕਿ ਇੰਜਨ ਨੂੰ ਹੋਰ ਮਤਲਬ ਕਿ ਜਿਹੜਾ ਲੀਹ ਤੇ ਰਹੇ, ਤਾਂ ਸਾਨੂੰ ਇੱਕ ਐਸਾ ਚਾਹੀਦਾ ਕਿ ਪਾਰਟੀ ਐਸੀ ਸਰਕਾਰ ਚਾਹੀਦੀ ਆ ਜਿਹੜੀ ਇੱਕਦਮ ਲੋਕਾਂ ਦੀ ਸਹੀ ਤਰੀਕੇ ਨਾਲ ਪ੍ਰਤੀਨਿਧਤਾ ਕਰੇ, ਉਹਨਾਂ ਦੀਆਂ ਮੁਸੀਬਤਾਂ ਦਾ ਹੱਲ ਕਰੇ। ਉਹਦੇ ਵਾਸਤੇ ਜ਼ਰੂਰੀ ਹੈ ਅਪੋਜੀਸ਼ਨ ਦਾ ਹੋਣਾ, ਤਾਂ ਕਿ ਬਾਰ-ਬਾਰ ਉਹ ਕਿਤੇ ਨਾ ਕਿਤੇ ਪੁਆਇੰਟ ਰੱਖੀ ਜਾ ਸਕੇ ਇੱਥੇ ਗਲਤ ਹੋ ਰਿਹਾ, ਕਿਉਂਕਿ ਲੋਕਾਂ ਦੀ ਲੈਜੀਟੀਮੇਸੀ ਬਣੀ ਰਹੇ। ਲੋਕਾਂ ਦਾ ਜਿਹੜਾ ਬਿਲਕੁਲ ਅਧਿਕਾਰ ਹੈਗਾ, ਮੇਨ ਅਧਿਕਾਰ ਹੈਗਾ, ਕਿਉਂਕਿ ਸੋਵਰਨ ਤਾਂ ਲੋਕ ਹੈ ਨਾ, ਅਸਲੀ ਪ੍ਰਭੂਸੱਤ ਲੋਕ ਹੈ ਨਾ, ਉਹ ਤਦੇ ਬਣੂਗੇ ਜੇ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਵਿਧਾਨ ਸਭਾ 'ਚ, ਲੋਕ ਸਭਾ ਦੇ ਵਿੱਚ ਬਰਕਰਾਰ ਰਹੇ। ਉਹਦੇ ਵਾਸਤੇ ਅਪੋਜੀਸ਼ਨ ਲੋਕਤੰਤਰ ਵਿੱਚ ਅਦਾ ਕਰਦੀ ਰੋਲ। ਹਾਂ, ਯੂਪੀ ਦੇ ਵਿੱਚ, ਸੌਰੀ ਗੁਜਰਾਤ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਿਆ ਉਹ ਇਹ ਮਿਲਿਆ, ਬੜੀ ਇੰਟਰਸਟਿੰਗ ਹੈ। 7 ਸਾਲ ਲਗਾਤਾਰ, 7 ਸਾਲ ਨਹੀਂ, 7 ਐਗਜ਼ੈਕਟਿਵ ਟਾਈਮ ਸਰਕਾਰ ਜਿਹੜੀ ਆ ਉੱਥੇ ਬਣ ਰਹੀ ਆ। ਉੱਥੇ ਦਾ ਇੱਕ ਮਾਡਲ ਹੈ। ਹਾਂ, ਇਹ ਜ਼ਰੂਰੀ ਹੈ ਕਿ ਜਦੋਂ ਅਸੀਂ ਅੱਜ ਕੱਲ੍ਹ ਦੀ ਇਲੈਕਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ 'ਚ ਆਮ ਤੌਰ ਦੇ ਉੱਤੇ ਸਿਫੋਲੋਜਿਸਟ ਵਰਡ ਯੂਜ਼ ਕਰਦੇ ਆ, ਇਲੈਕਸ਼ਨ ਮਸ਼ੀਨਰੀ। ਉਹ ਇਲੈਕਸ਼ਨ ਨੂੰ ਕਿਸ ਤਰੀਕੇ ਨਾਲ ਲੋਕਾਂ ਤੱਕ ਲਿਜਾਣਾ, ਕਿਸ ਤਰ੍ਹਾਂ ਉਹਦੀ ਇੱਕ ਪਿੱਠ ਭੂਮੀ ਤਿਆਰ ਕਰਨੀ, ਕਿਸ ਤਰ੍ਹਾਂ ਉਹਦਾ ਚਿਹਰਾ ਮੋਹਰਾ ਬਣਾਉਣਾ, ਉਹਦਾ ਬੜਾ ਅਸਰ ਹੁੰਦਾ। ਉਹ ਤੁਸੀਂ ਸਹੀ ਕਿਹਾ, ਕਿਉਂਕਿ ਗੁਜਰਾਤ ਦੇ ਵਿੱਚ ਇੱਕ ਫੈਕਟਰ ਹੋ ਸਕਦਾ, ਹਿਮਾਚਲ ਵਿੱਚ ਵੀ ਤਾਂ ਗੁਜਰਾਤ ਵਿੱਚ ਵੀ, ਕਿ ਦੋਨਾਂ ਜਗ੍ਹਾ ਦੇ ਉੱਤੇ ਹਿਮਾਚਲ 'ਚ ਕਾਂਗਰਸ ਦਾ ਜਿੱਤ ਪ੍ਰਾਪਤ ਕਰਨਾ, ਗੁਜਰਾਤ ਵਿੱਚ ਕਾਂਗਰਸ ਨੂੰ ਬੜੀ ਡਿਫੀਟ ਹੋਣੀ। ਇਹ ਜਿਹੜੀ ਧਾਰਨਾ ਹੈ ਉਹਦੇ ਬਾਰੇ ਇੱਕ ਵਿਚਾਰ ਇਹ ਆ ਕਿ ਕਾਂਗਰਸ ਦੀ ਜਿਹੜੀ ਆਲਾ ਲੀਡਰਸ਼ਿਪ ਸੀ, ਉਹਨਾਂ ਦੀ ਨਾ ਤਾਂ ਗੁਜਰਾਤ ਵਿੱਚ ਨਾ ਹੀ ਹਿਮਾਚਲ ਦੇ ਵਿੱਚ ਕੋਈ ਵਿਸ਼ੇਸ਼ ਤੌਰ ਤੇ ਜਾ ਕੇ ਰੈਲੀਆਂ ਕੀਤੀਆਂ, ਜਦਕਿ ਗੁਜਰਾਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ, ਬੀਜੇਪੀ ਦੇ ਜਿਹੜੇ ਮਤਲਬ ਜਿਹਨੂੰ ਕਹਿ ਸਕਦੇ ਆ ਕਿ ਤੁਸੀਂ ਕਿਹਾ ਉਹਨਾਂ ਦਾ ਮੇਨ ਚਿਹਰਾ ਹੈ, ਉਹਨਾਂ ਨੇ ਜਾ ਕੇ ਉੱਥੇ ਇੰਨੀਆਂ ਰੈਲੀਆਂ ਕੀਤੀਆਂ, ਆਪਣਾ ਸਟੇਟ ਹੈ, ਤਾਂ ਦੈਟ ਮੇਕਸ ਇਟ ਡਿਫਰੈਂਸ। ਤੇ ਕਾਂਗਰਸ ਪਾਰਟੀ ਤਾਂ ਭਾਰਤ ਜੋੜੋ ਜਿਹੜਾ ਸੀਗਾ ਉਹਨਾਂ ਦਾ ਅਭਿਆਨ, ਉਹਦੇ 'ਚ ਬਿਜ਼ੀ ਰਹੀ, ਨਾ ਹਿਮਾਚਲ 'ਚ ਆਇਆ ਰਾਹੁਲ ਗਾਂਧੀ, ਨਾ ਗੁਜਰਾਤ ਵਿੱਚ ਗਿਆ। ਹੋ ਸਕਦਾ ਕਿ ਉੱਥੇ ਬੜਾ ਗੁਜਰਾਤ ਦਾ ਇਲੈਕਸ਼ਨ ਬਹੁਤ ਹੀ ਮਾਰਕੀਟ ਇਲੈਕਸ਼ਨ ਬਣਿਆ ਹੋਇਆ ਸੀ, ਕਿਉਂਕਿ ਇੱਕ ਪਾਸੇ ਇਹ ਕਿਹਾ ਜਾ ਰਿਹਾ ਸੀ ਕਿ ਇਹਨੇ ਡਿਸਾਈਡ ਕਰਨਾ ਹੈ ਕਿ ਗੁਜਰਾਤ ਮਾਡਲ ਠੀਕ ਹੈ ਕਿ ਨਹੀਂ ਹੈ। ਅਸੀਂ ਵੈਸੇ ਤਰੀਕੇ ਬਣਾ ਲੈਂਦੇ ਆ,
ਵਿਕਾਸ ਦਾ ਮਾਡਲ ਪ੍ਰਾਈਵੇਟਾਈਜੇਸ਼ਨ ਦਾ ਮਾਡਲ ਹੈ, ਪ੍ਰਾਈਵੇਟਾਈਜੇਸ਼ਨ ਦਾ ਮਾਡਲ ਮਾਰਕੀਟ ਇਕਨੋਮੀ ਦਾ ਮਾਡਲ ਹੈ। ਉਹਦੇ 'ਚ ਇਹ ਹੈ ਕਿ ਤੁਸੀਂ ਸਰਕਾਰੀ ਜੋਬਾਂ ਤੋਂ ਹਟ ਕੇ ਪ੍ਰਾਈਵੇਟ ਜੋਬਾਂ ਦੀ ਗੱਲਬਾਤ ਹੋਣੀ ਹੈਗੀ ਹੈ, ਇੱਕ ਨਵੀਂ ਤਰ੍ਹਾਂ ਦੀ ਜਿਹੜੀ ਵਿਵਸਥਾ ਹੋਣੀ ਹੈ। ਭਾਵੇਂ ਇਹ ਮਾਡਲ ਕਾਂਗਰਸ ਪਾਰਟੀ ਨੇ ਹੀ ਉਲੀਕਿਆ ਹੋਇਆ ਸੀਗਾ, ਪਰ ਮੋਦੀ ਸਾਹਿਬ ਸਰਕਾਰ ਨੇ ਇਹਨੂੰ ਅੱਛੀ ਤਰ੍ਹਾਂ ਲਾਗੂ ਕੀਤਾ ਹੈ। ਹੁਣ ਗੁਜਰਾਤ ਦੇ ਵਿੱਚ ਇੱਕ ਤੁਸੀਂ ਦੇਖਿਆ ਹੈ ਕਿ ਉਹਦੇ 'ਚ ਜੇ ਤੁਸੀਂ ਸੋਸ਼ਲ ਫੈਕਟਰ ਲੈ ਲਓ, ਡੈਮੋਗ੍ਰਾਫਿਕ ਫੈਕਟਰ ਲੈ ਲਓ, ST ਲੈ ਲਓ, OBC ਲੈ ਲਓ, ਰਜਪੂਤ ਲੈ ਲਓ, ਪੱਤੀਦਾਰ ਲੈ ਲਓ, ਬ੍ਰਾਹਮਣ ਲੈ ਲਓ, ਉਹ ਫੈਕਟਰ ਜਿਹੜਾ ਹੈਗਾ ਬੜੀ ਅੱਛੀ ਤਰ੍ਹਾਂ ਐਨਾਲਿਸਿਸ ਹੋ ਕੇ ਆਇਆ। ਲੇਕਿਨ ਇੱਕ ਗੱਲ ਹੈ ਕਿ ਉੱਥੇ ਦਾ ਬਿਜ਼ਨਸਮੈਨ ਹੈ, ਹੋ ਸਕਦਾ ਕਿ ਬਿਜ਼ਨਸਮੈਨ ਨੂੰ ਦਾ ਇੱਕ ਧਾਰਨਾ ਅਸੀਂ ਕਹਿ ਸਕਦੇ ਹਾਂ, ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਮਾਡਲ ਬੜਾ ਕਾਰਗਰ ਸਿੱਧ ਹੋ ਰਿਹਾ, ਕਿਉਂਕਿ ਅਸੀਂ ਦੇਖਿਆ ਕਿ ਕਰੋਨਾ ਦੇ ਦੌਰਾਨ ਭਾਵੇਂ ਜਿਹੜੀ ਡੋਮੈਸਟਿਕ ਪ੍ਰੋਡਕਟ ਹੈਗੀ ਆ, DGP ਹੈਗੀ ਆ, ਡੋਮੈਸਟਿਕ ਗਰੋਥ ਜਿਹੜੀ ਪ੍ਰੋਡਕਟ ਹੈਗੀ ਆ, ਉਹਦੇ ਨਾਲ ਸਾਨੂੰ ਘੱਟ ਹੋਈ ਹੋਵੇ, ਲੇਕਿਨ ਜਿਹੜੇ ਪ੍ਰਾਈਵੇਟ ਅਦਾਰੇ ਆ ਉਹਨਾਂ ਦੀ ਕਈ ਗੁਣਾ ਤਰੱਕੀ ਹੋਈ ਆ, ਆਮਦਨੀ ਵਧੀ ਹੈ, ਕਿਉਂਕਿ ਪ੍ਰਾਈਵੇਟ ਮਾਡਲ ਜਿਹੜਾ ਹੈਗਾ, ਕਾਰਪੋਰੇਟ ਮਾਡਲ ਹੈਗਾ, ਉਹ ਕਿਤੇ ਨਾ ਕਿਤੇ ਵੈਲਥ ਨੂੰ ਕੰਸੈਂਟਰੇਟ ਕਰਨ 'ਚ ਮਦਦ ਕਰਦਾ ਹੈ। ਔਰ ਉਸ ਸਟੇਟ ਵਿੱਚ ਜ਼ਿਆਦਾ ਤੌਰ ਦੇ ਉੱਤੇ ਜਿਹੜੇ ਬਿਜ਼ਨਸਮੈਨ ਨੇ, ਮੇ ਵੀ ਇਹ ਫੈਕਟ ਹੋ ਸਕਦਾ, ਪਰ ਇਹਦੇ 'ਚ ਮੇਰੀ ਸਟੱਡੀ ਕੋਈ ਹੈ ਨਹੀਂ, ਕਿ ਇਹਨੂੰ ਡੀਪਲੀ ਸਟੱਡੀ ਕਰਨ ਤੋਂ ਬਾਅਦ ਹੀ ਆਪਾਂ ਇੱਥੇ ਆ ਸਕਦੇ ਹਾਂ। ਲੇਕਿਨ ਲੋਕਾਂ ਨੇ ਇਹ ਉੱਥੇ ਦੀ ਧਾਰਨਾ ਦਿੱਤੀ। ਹੁਣ ਇੱਥੋਂ ਇਹ ਸਿੱਧ ਕਰਨਾ ਕਿ ਜਸ ਇਹ ਡਬਲ ਇੰਜਨ ਦੀ ਸਰਕਾਰ ਵਾਲਾ ਮਾਡਲ ਬਿਲਕੁਲ ਠੀਕ ਹੈ, ਤੇ ਇਹ ਗੁਜਰਾਤ ਵੱਲ ਤੋਂ ਲਾਗੂ ਹੁੰਦਾ ਹੈ, ਬਿਲਕੁਲ ਠੀਕ ਹੈ। ਹਿਮਾਚਲ 'ਚ ਸਾਨੂੰ ਕੋਈ ਇਹਦਾ ਨਹੀਂ ਮਿਲਦਾ ਕੋਈ, ਕਿਉਂਕਿ ਉੱਥੇ ਤਾਂ ਲੋਕਾਂ ਨੇ ਇਹਨੂੰ ਨਕਾਰਿਆ ਹੈਗਾ। ਇਸ ਲਈ ਇਹ ਇਲੈਕਸ਼ਨ ਬੜੀ ਇੰਟਰਸਟਿੰਗ ਹੈ, ਕਿਉਂਕਿ ਇਹਦੇ 'ਚ ਇੱਕ ਜਿਹੜੀ ਨਵੀਂ ਅਸੀਂ ਇੰਟਰਸਟਿੰਗ ਚੀਜ਼ ਹੋਰ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਹਿਮਾਚਲ 'ਚੋਂ ਬਿਲਕੁਲ ਬਾਹਰ ਹੋ ਗਈ, ਔਰ ਜਾ ਕੇ ਗੁਜਰਾਤ ਵਿੱਚ ਪਹਿਲੀ ਵਾਰ ਦੇਖਿਆ ਜਾਵੇ ਤਾਂ ਦਿੱਲੀ ਤੇ ਪੰਜਾਬ ਤੋਂ ਬਾਅਦ ਇਹਨਾਂ ਨੂੰ ਉੱਥੇ ਭਾਵੇਂ 5 ਸੀਟਾਂ ਮਿਲੀਆਂ, ਪਰ ਇੱਕ ਫੈਕਟਰ ਤਾਂ ਹੈ ਨਾ, ਦੇ ਰਜਿਸਟਰਡ देयर प्रेजेंस ਜੀ, ਰਜਿਸਟਰਡ देयर प्रेजेंस। ਕਿਤੇ ਨਾ ਕਿਤੇ ਉੱਥੇ ਦੇ ਇਲੈਕਟੋਰੇਟ ਨੇ ਇਹ ਸੋਚਿਆ ਕਿ ਨਹੀਂ ਬਈ, ਇੱਕ ਤਰਫਾ ਨਹੀਂ ਕਰਨਾ, ਅਸੀਂ ਭਾਵੇਂ ਥੋੜਾ ਦੇਈਏ, ਇੱਕ ਨਵੀਂ ਸਰਕਾਰ ਨੂੰ ਚੇਤਾਵਨੀ ਹੈ ਕਿ ਅਗਰ ਤੁਸੀਂ ਸਹੀ ਤਰ੍ਹਾਂ ਨਾਲ ਸ਼ਾਸਨ ਨਹੀਂ ਕਰ ਪਾਓਗੇ ਤਾਂ ਸਾਡੇ ਕੋਲ ਬਦਲ ਅਸੀਂ ਕ੍ਰੀਏਟ ਕਰਾਂਗੇ। ਇਹ ਮਤਲਬ ਇੱਕ ਬੜਾ ਇੰਟਰਸਟਿੰਗ ਹੈ। ਬੇਸ਼ੱਕ ਹਿਮਾਚਲ ਦੇ ਵਿੱਚ ਲੋਕਾਂ ਨੇ ਪਹਿਲੀ ਜਿਹੜੀ ਉੱਥੇ ਸਰਕਾਰ ਸੀ BJP ਨੂੰ ਲਾ ਕੇ ਕਾਂਗਰਸ ਪਾਰਟੀ ਇਹਦੀ ਪ੍ਰੋਫੈਸਰ ਮੇਰਾ ਨਾਲ ਸਵਾਲ ਹੈਗਾ, ਨਾਲ ਹੀ ਲੈ ਲਿਓ। ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਨਰਿੰਦਰ ਮੋਦੀ ਹੋਣਾ ਨੇ, ਪ੍ਰਾਈਮ ਮਿਨਿਸਟਰ ਨੇ, ਉੱਥੇ ਨਾਅਰਾ ਵੀ ਦਿੱਤਾ ਕਿ ਇਸ ਵਾਰ ਇੱਥੇ ਜਿਹੜੀ ਹੈ ਤੁਸੀਂ ਰਵਾਇਤ ਬਦਲ ਦਿਓ, ਰਿਵਾਜ ਨੂੰ ਬਦਲ ਦਿਓ, ਤਾਂ ਉਹ ਰਿਵਾਜ ਬਦਲਣ ਵਾਲਾ ਵੀ ਜਿਹੜਾ ਸੀਗਾ ਨਾਅਰਾ ਉਹਨਾਂ ਦਾ, ਉਹ ਵੀ ਉੱਥੇ ਕੋਈ ਕੰਮ ਨਹੀਂ ਕਰ ਸਕਿਆ। ਨੰਬਰ 1। ਨੰਬਰ 2 ਕਿ ਜਿਸ ਤਰ੍ਹਾਂ ਇੱਥੇ ਬੇਰੁਜ਼ਗਾਰੀ ਦਾ ਮਾਮਲਾ ਵੀ ਆਇਆ, ਜਿਸ ਤਰ੍ਹਾਂ ਰੁਜ਼ਗਾਰ ਦਾ ਮਾਮਲਾ ਆਇਆ, ਜਿਸ ਤਰ੍ਹਾਂ ਮਹਿੰਗਾਈ ਦਾ ਮਾਮਲਾ ਆਇਆ, ਜਿਸ ਤਰ੍ਹਾਂ ਫੌਜ 'ਚ ਜਿਹੜੀ ਇਹਨਾਂ ਨੇ ਤਬਦੀਲੀ ਕੀਤੀ, ਭਰਤੀ ਦੀ, ਅਗਨੀਵੀਰ ਦਾ ਮਾਮਲਾ ਵੀ ਆਇਆ, ਉਹਨੇ ਪ੍ਰਭਾਵਿਤ ਕੀਤਾ। ਪਰ ਇਹ ਸਾਰੀਆਂ ਚੀਜ਼ਾਂ ਗੁਜਰਾਤ ਦੇ ਲੋਕਾਂ ਵਿੱਚ ਵੀ ਤਾਂ ਸਾਹਮਣੇ ਸੀ। ਉੱਥੇ ਉਸ ਸਮੇਂ ਇੱਕ ਬਹੁਤ ਵੱਡਾ ਹਾਦਸਾ ਵੀ ਹੋਇਆ। ਇਹਨਾਂ ਚੀਜ਼ਾਂ ਨੇ ਉੱਥੇ ਲੋਕਾਂ ਨੂੰ ਬਿਲਕੁਲ ਅਸਰ ਨਹੀਂ ਪਾਇਆ ਲੋਕਾਂ ਦੇ, ਜਾਂ ਕੋਈ ਹੋਰ ਜਿਹੜੀ ਤੁਸੀਂ ਗੱਲ ਕਰ ਰਹੇ ਆ ਕਿ ਜਿਹੜੀ ਇਲੈਕਸ਼ਨ ਮਸ਼ੀਨਰੀ ਹੈ ਉਹਦਾ ਇਹ ਨਤੀਜਾ? ਦੇਖੋ, ਇੱਕ ਤਾਂ ਇਹਨਾਂ ਚੀਜ਼ਾਂ ਤੋਂ ਸਾਨੂੰ ਬੜੀ ਕਲੀਅਰਲੀ ਇੰਡੀਕੇਸ਼ਨ ਮਿਲਦੀ ਆ ਕਿ ਭਾਰਤ ਬਹੁਤ ਭਾਸ਼ਾਈ, ਬਹੁਤ ਧਰਮੀ, ਬਹੁਤ ਕਲਚਰ ਸੰਪੰਨ ਦੇਸ਼ ਹੈ। ਇਹਦੀਆਂ ਅਲੱਗ-ਅਲੱਗ ਖਿੱਤੇ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਨੇ, ਔਰ ਇਹਦਾ ਇੱਕ ਗੁਲਦਸਤਾ ਬਣਦਾ ਹੈ। ਇਹਦੀ ਇੱਕ ਜਿਹੜੀ ਇੰਟੈਗ੍ਰਿਟੀ ਆ, ਯੂਨਿਟੀ ਆ, ਮਲਟੀਪਲਿਸਿਟੀ ਆ, ਉਹਦੀ ਇੱਕ ਯੂਨਿਟੀ ਵੀ ਹੈਗੀ ਆ, ਉਹਦਾ ਇੱਕ ਇੰਟਰਸਟ ਵੀ ਹੈਗਾ। ਇਸ ਲਈ ਤੁਸੀਂ ਇੱਕੋ ਹੀ ਤਰ੍ਹਾਂ ਨਾਲ, ਇੱਕੋ ਹੀ ਕਲਮ ਨਾਲ ਇਹਦੀ ਪੂਰੀ ਲਿਖਣੀ ਭਾਰਤ ਦੀ ਨਹੀਂ ਲਿਖ ਸਕਦੇ। ਬਿਲਕੁਲ ਠੀਕ। ਤਾਂ ਇਹ ਕਾਰਨ, ਕਿਉਂਕਿ ਇਹਦੇ ਤੇ ਅਲੱਗ-ਅਲੱਗ, ਇਹਦੇ ਤੇ ਸਾਨੂੰ ਉਹਨੂੰ ਰਿਸਪੈਕਟ ਕਰਨੀ ਬਣਦੀ ਆ। ਉਹ ਤੁਸੀਂ ਇਲੈਕਸ਼ਨਾਂ 'ਚ ਦੇਖ ਰਹੇ ਹੋ, ਤੁਹਾਨੂੰ ਲੋਕੀ ਸਿੱਧ ਕਰਕੇ ਦੱਸ ਰਹੇ ਨੇ। ਬੇਸ਼ੱਕ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਕਿ ਇਹ ਤੁਸੀਂ ਰਿਵਾਜ ਬਦਲ ਦਿਓ, ਨਵੀਂ ਚੀਜ਼ ਲਿਆਓ, ਲੋਕਾਂ ਨੇ ਇੱਕ ਆਪਣਾ ਨਜ਼ਰੀਆ ਰੱਖਿਆ ਹੋਇਆ। ਇੱਕ ਤਾਂ ਇਹ ਬੜਾ ਇੰਪੋਰਟੈਂਟ ਫੈਕਟਰ ਹੈ। ਅੱਛਾ, ਦੂਸਰੀ ਗੱਲ ਇਹ ਹੈਗੀ ਆ ਕਿ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਸੰਭਾਵਨਾ ਜਿਹੜੀਆਂ ਬਣ ਰਹੀਆਂ ਨੇ ਕਿ ਆਮ ਤੌਰ ਦੇ ਉੱਤੇ ਲੱਗਿਆ ਜਾ ਰਿਹਾ ਕਿ ਭਾਰਤੀ ਜਿਹੜਾ ਇਲੈਕਟੋਰੇਟ ਹੈ, ਇਹ ਤੇ ਮਤਲਬ ਸਿਰਫ ਅਤੇ ਸਿਰਫ ਥੋੜੇ ਮਤਲਬ ਕਿ ਲਿਮਟਿਡ ਸੋਚ ਕਰਕੇ ਕੁਛ ਕਿਸੇ ਪਾਸੇ ਤੋਂ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ, ਵੋਟਾਂ ਪਾ ਰਿਹਾ, ਉਹ ਵੀ ਇੱਕ ਇਹਨਾਂ ਇਲੈਕਸ਼ਨਾਂ ਦੇ ਵਿੱਚ ਧਾਰਨਾ ਰੱਦ ਹੁੰਦੀ ਹੈ। ਅਗਰ ਗੁਜਰਾਤ ਦੇ ਵਿੱਚ ਬਾਰ-ਬਾਰ ਸਰਕਾਰ ਬਣਾਈ ਹੈ ਲੋਕਾਂ ਨੇ, BJP ਨੂੰ ਵੋਟ ਪਾਈ ਹੈ, ਉਹਦੇ ਪਿੱਛੇ ਕੋਈ ਨਾ ਕੋਈ ਥਿੰਕਿੰਗ
ਉਹਨਾਂ ਦੀ ਸਮਝ ਕੰਮ ਕਰਦੀ ਆ। ਉਹ ਇਹ ਹੈ ਕਿਉਂਕਿ ਉਹਨਾਂ ਨੇ ਸੋਚਿਆ ਕਿ ਅਗਰ ਅਸੀਂ ਇਸ ਪਾਰਟੀ ਨੂੰ ਇੱਕ ਮੌਕਾ ਦਿੱਤਾ, ਦੂਸਰਾ ਮੌਕਾ ਦਿੱਤਾ, ਉਸ ਮੌਕੇ ਦੇ ਨਾਲ ਉਹ ਮਾਡਲ ਦੇਸ਼ ਵਿੱਚ ਚਲਾਉਣ ਦੀ ਗੱਲ ਹੋਈ। ਬੜਾ ਇੰਟਰਸਟਿੰਗ ਹੈ ਕਿ ਇਸ ਵਕਤ ਇੰਨੀ ਜ਼ਿਆਦਾ ਮੈਜੋਰਟੀ ਸੀਟਾਂ ਵਿੱਚ ਵੀ ਔਰ ਇਨ ਟਰਮਸ ਆਫ ਪਰਸੈਂਟੇਜ ਆਫ ਵੋਟ ਵਿੱਚ ਵੀ ਆਉਣ ਦੇ ਨਾਲ ਇੱਕ ਧਾਰਨਾ ਇਹ ਬਣਦੀ ਆ ਕਿ ਕਿਤੇ ਨਾ ਕਿਤੇ ਜਿਹੜੀ ਗੁਜਰਾਤ ਦੀ ਲੋਕਾਂ ਦੀ ਥਿੰਕਿੰਗ ਹੈ ਉਹ ਇਸ ਗੱਲ ਦੇ ਉੱਤੇ ਬਿਲਕੁਲ ਦ੍ਰਿੜ ਹੈ ਕਿ ਸਾਡੇ ਪਾਸ ਹਜੇ ਤੱਕ ਆਪੋਜੀਸ਼ਨ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਗਠਨ ਕਰਕੇ ਸਾਡੇ ਸਾਹਮਣੇ ਨਹੀਂ ਲਿਆ ਰਹੀ। ਸਾਡੇ ਪਾਸ ਹੋਰ ਕੋਈ ਸਾਧਨ ਨਹੀਂ ਹੈਗਾ, ਇਹ ਦੱਸ ਰਹੀ ਹੈ। ਦੂਸਰੀ ਗੱਲ ਹੋਰ, ਜਿਹੜੀਆਂ 5 ਸੀਟਾਂ ਆਮ ਆਦਮੀ ਪਾਰਟੀ ਨੂੰ ਉੱਥੋਂ ਮਿਲ ਰਹੀਆਂ ਨੇ, ਉਹਦਾ ਕਾਰਨ ਹੈ ਕਿ ਲੋਕੀ ਬਿਲਕੁਲ ਆਪੋਜੀਸ਼ਨ ਤੋਂ ਮੂੰਹ ਨਹੀਂ ਮੋੜ ਗਏ। ਉਹਨਾਂ ਦੀ ਮੁਰਾਦ ਹੈ ਆਪੋਜੀਸ਼ਨ, ਉਹ ਬਿਲਕੁਲ ਹੀ 100% ਇਸ ਧਾਰਨਾ ਤੇ ਨਹੀਂ ਤੁਲੇ ਹੋਏ ਕਿ ਅਸੀਂ ਇੱਕੋ ਹੀ ਪਾਰਟੀ ਨੂੰ ਰੱਖਣਾ ਹੈ। ਦੈਟ ਸ਼ੋਜ਼ ਆਲਸੋ ਸਮ ਸਟਰੈਂਥ ਆਫ ਅ ਸਿਸਟਮ ਆਫ ਡੈਮੋਕ੍ਰੇਸੀ ਸਾਡੇ ਜਿਹੜਾ ਦੇਸ਼ ਦਾ ਹੈਗਾ। ਹੁਣ ਮੋਦੀ ਸਾਹਿਬ ਦਾ ਫੈਕਟਰ ਜਿਹੜਾ ਤੁਸੀਂ ਪਹਿਲਾਂ ਕਿਹਾ ਸੀ ਚਿਹਰਾ ਜਾਂ ਉਹਨਾਂ ਦੇ ਆਪਣਾ, ਕਿਉਂਕਿ ਜਦੋਂ ਇਲੈਕਸ਼ਨ ਜਿੱਤਣ ਤੋਂ ਬਾਅਦ ਉੱਥੇ ਇਕੱਠ ਹੋਇਆ, ਰਾਜਨਾਥ ਸਿੰਘ ਜੀ ਸਨ, ਹੋਰ ਲੀਡਰ ਸਨ, ਮੋਦੀ ਸਾਹਿਬ ਨੂੰ ਵਿੱਚ ਸਨ ਤੇ ਉਹ ਹਾਰ ਪਾਇਆ ਗਏ। ਉਹਨਾਂ ਨੇ ਕਿਹਾ ਵੀ ਤੁਹਾਡੇ ਕਰਕੇ ਹੀ ਐਡੀ ਵੱਡੀ ਜਿੱਤ ਹੋਈ ਆ, ਇਸ ਫੈਕਟਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਇਹ ਫੈਕਟਰ ਹੈ ਕਿਉਂਕਿ ਕਦੀ ਕਦੀ ਫੈਡਰਲ ਸਟਰਕਚਰ ਦੇ ਵਿੱਚ ਹਰੇਕ ਰਾਜ ਦਾ ਇੱਕ ਆਪਣਾ ਵੱਖਰਾ ਨਜ਼ਰੀਆ ਹੁੰਦਾ ਦੇਸ਼ ਨੂੰ ਦੇਖਣ ਦਾ। ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਸੂਬੇ ਦਾ ਜਿਹੜਾ ਨਾਗਰਿਕ ਹੈ ਉਹ ਇਸ ਲਈ ਭਾਰਤ ਦਾ ਪ੍ਰਧਾਨ ਮੰਤਰੀ ਹੈ ਤੇ ਅਸੀਂ ਕਿਉਂ ਨਾ ਸਪੋਰਟ ਕਰੀਏ। ਹੁਣ ਤੁਸੀਂ ਦੇਖ ਲਓ, ਅਗਰ ਪੰਜਾਬ ਦੇ ਵਿੱਚੋਂ ਜਾਂ ਹਰਿਆਣਾ ਦੇ ਵਿੱਚੋਂ ਸਮਵਨ ਦੇਅਰ ਇਨ ਸੈਂਟਰ 'ਚ ਉਹ ਪ੍ਰਧਾਨ ਮੰਤਰੀ ਹੋਵੇ ਔਰ ਸੈਕੰਡ ਟਾਈਮ ਬਣੇ ਹੋਣ, ਔਰ ਤੁਸੀਂ ਮਤਲਬ ਸੋਚ ਸਕਦੇ ਆ ਕਿ ਲੋਕਾਂ ਦੀ ਇੱਕ ਆਪਣੀ ਨਜ਼ਰੀਆ, ਆਪਣਾ ਇੱਕ ਲਹਿਜਾ ਹੁੰਦਾ ਕਿ ਸਪੋਰਟ ਹੁੰਦੀ ਹੈ ਕਿ ਹਾਂ ਵੀ ਸਾਡੇ ਸੂਬੇ ਦਾ ਹੈਗਾ। ਪਿੰਡ ਦਾ ਬੰਦਾ ਕੋਈ ਤੁਹਾਨੂੰ ਬਾਹਰ ਮਿਲ ਜਾਏ, ਤੁਸੀਂ ਜਾਣਿਆ ਬੇਸ਼ੱਕ ਉਹਨਾਂ ਪਿੰਡ 'ਚ ਰਹਿੰਦੇ ਹੋਏ ਕਦੀ ਬੁਲਾਇਆ ਨਾ ਹੋਵੇ, ਬਾਹਰ ਤੁਹਾਨੂੰ ਇੱਕ ਹਿਆ ਜਾਗ ਪੈਂਦਾ, ਪ੍ਰੇਮ ਜਾਗ ਪੈਂਦਾ, ਮੇਰੇ ਪਿੰਡ ਦਾ। ਇਹ ਚੀਜ਼ਾਂ ਕਾਊਂਟ ਕਰਦੀਆਂ ਨੇ, ਐਸੀ ਗੱਲ ਨਹੀਂ ਹੈਗੀ। ਲੇਕਿਨ ਇਸ ਇਲੈਕਸ਼ਨ ਦੇ ਦੌਰਾਨ ਇਹ ਜਿਹੜੀ ਧਾਰਨਾ ਬਣੀ ਹੈ ਉਹਨੂੰ ਅਸੀਂ ਦੋ ਪਹਿਲੂ ਤੋਂ ਦੇਖੀਏ। ਗੁਜਰਾਤ ਨੂੰ ਉਸ ਪਹਿਲੂ ਤੋਂ ਦੇਖੀਏ ਕਿ ਇੱਕ ਫੈਕਟਰ ਹੈ ਕਮਿਊਨਿਟੀ ਦੀ ਫੀਲਿੰਗ ਦਾ, ਇੱਕ ਫੈਕਟਰ ਹੈ ਆਪਣੀ ਰਾਜ ਦੀ ਫੀਲਿੰਗ ਦਾ। ਲੇਕਿਨ ਉਹਦੇ ਨਾਲ ਨਾਲ ਸਾਨੂੰ ਇਹ ਵੀ ਮੱਦੇਨਜ਼ਰ ਰੱਖਣਾ ਪਊਗਾ, ਅਗਰ ਕਾਂਗਰਸ ਪਾਰਟੀ ਦਾ ਉੱਥੇ ਜ਼ਿਆਦਾ ਸ਼ਮੂਲੀਅਤ ਹੁੰਦੀ, ਰੈਲੀਆਂ ਹੁੰਦੀਆਂ, ਲੋਕਾਂ ਕੋਲ ਜਾ ਕੇ ਦੱਸਿਆ ਹੁੰਦਾ ਕਿ ਅਸੀਂ ਕੈਪੇਬਲ ਹਾਂ, ਤੁਹਾਡੀ ਗੱਲ ਸੈਂਟਰ ਤੱਕ ਪਹੁੰਚਾਉਣ ਲਈ ਅਸੀਂ ਕੈਪੇਬਲ ਹਾਂ, ਗੁਜਰਾਤ ਵਾਸਤੇ ਅਲੱਗ ਤਰ੍ਹਾਂ ਸੋਚਣ ਲਈ। ਇਹ ਜਿਹੜੇ ਮਾਡਲ ਚੱਲ ਕੇ ਆ ਰਹੇ ਨੇ, ਇਹ ਅਸੀਂ ਮਾਡਲ ਬਣਾਏ ਨੇ। ਜੇ ਲੋਕਾਂ ਤਾਈਂ ਇਹ ਪਹੁੰਚ ਕਰਕੇ ਦੱਸ ਪਾਉਂਦੇ ਤਾਂ ਬਹੁਤ ਚੰਗਾ ਸੀ। ਪਰ ਆਪੋਜੀਸ਼ਨ ਤਾਂ ਆਪਸ ਵਿੱਚ ਲੜੀ ਹੋਈ ਅੰਦਰ, ਕਾਂਗਰਸ ਪਾਰਟੀ ਦਾ ਤਾਂ ਉਹਦਾ ਇਕੱਠੇ ਨਹੀਂ ਹੈਗਾ। ਤੇ ਇਸ ਕਰਕੇ ਅਗਰ ਆਪੋਜੀਸ਼ਨ ਕੋਈ ਲੋਕਾਂ ਨੇ ਫੜ ਕੇ ਨਹੀਂ ਲਿਆਉਣੀ, ਲੋਕੀ ਸੋਚਦੇ ਆ ਕਿ ਕਿਹੜੀ ਆਪੋਜੀਸ਼ਨ ਆਵੇਗੀ, ਲੇਕਿਨ ਉਹਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ ਪੰਜਾਬ ਤੋਂ ਬਾਹਰ, ਪਹਿਲਾਂ ਤਾਂ ਸਿਰਫ ਦਿੱਲੀ 'ਚ ਸੀ ਨਾ, ਫਿਰ ਪੰਜਾਬ 'ਚ ਅੱਗੇ, ਉਸ ਤੋਂ ਬਾਅਦ ਹੁਣ ਬੜੇ ਖੁਸ਼ੀ ਨਾਲ ਕਹਿ ਵੀ ਰਹੇ ਆ ਕਿ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ, ਪੰਜਾਬ ਤੋਂ ਬਾਹਰ ਜਾ ਕੇ ਅਸੀਂ ਦਿੱਲੀ ਤੋਂ ਬਾਹਰ ਜਾ ਕੇ ਬਣੇ ਆ। ਉਹਦੇ ਨਾਲ ਤੁਸੀਂ ਲੋਕਾਂ ਦੇ ਐਂਗਲ ਤੋਂ ਦੇਖੋ ਕਿ ਲੋਕ ਇਸ ਗੱਲ ਦੀ ਸ਼ਾਦੀ ਪਾ ਰਹੇ ਆ ਕਿ ਅਸੀਂ ਭਾਰਤ ਦੇ ਲੋਕਤੰਤਰ ਵਿੱਚ ਆਪੋਜੀਸ਼ਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਰਕਰਾਰ ਰੱਖਣਾ, ਕਿਉਂਕਿ ਇਹ ਲੋਕਤੰਤਰ ਦੀ ਬਹੁਤ ਇੰਪੋਰਟੈਂਟ ਇੱਕ ਜਿਹੜੀ ਪਹਿਲੂ ਹੈਗਾ, ਜਿਹਦੇ ਨਾਲ ਲੋਕਤੰਤਰ ਹੋਰ ਜ਼ਿਆਦਾ ਗੂੜਾ ਹੁੰਦਾ ਹੈ, ਉਹਦਾ ਰੰਗ ਫਿੱਕਾ ਨਹੀਂ ਹੁੰਦਾ, ਹੋਰ ਗੂੜਾ ਹੁੰਦਾ ਹੈ। ਦੈਟ ਇਜ਼ ਗੁੱਡ ਰਿਜ਼ਲਟ ਸਾਡੇ ਪਾਸੇ ਆਇਆ। ਪ੍ਰੋਫੈਸਰ ਸਾਹਿਬ, ਇੱਥੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉੱਥੇ 7ਵੀਂ ਵਾਰ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ, 27 ਸਾਲ ਹੋ ਗਏ ਉਹਨਾਂ ਨੂੰ ਰਾਜ ਕਰਦਿਆਂ ਤੇ ਹੁਣ 7ਵੀਂ ਵਾਰ ਫਿਰ ਉਹਨਾਂ ਨੂੰ 5 ਸਾਲ ਉਹਨਾਂ ਨੂੰ ਮਿਲੇ। ਤੇ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਉਸ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ ਕਿ ਪੱਛਮੀ ਬੰਗਾਲ ਦੇ ਵਿੱਚ CPM ਦੀ ਅਗਵਾਈ ਵਾਲੇ ਖੱਬੇ ਪੱਖੀ ਫਰੰਟ ਨੇ ਵੀ 7 ਵਾਰ ਵਿਧਾਨ ਸਭਾ ਚੋਣਾਂ ਉੱਥੇ ਜਿੱਤੀਆਂ ਸੀ, 34 ਸਾਲ ਉੱਥੇ ਉਹਨਾਂ ਨੇ ਰਾਜ ਕੀਤਾ। ਦੂਸਰਾ ਇਹਨਾਂ ਨੇ ਰਿਕਾਰਡ ਉਹ ਤੋੜਿਆ ਜਿਹੜਾ ਕਿ ਕਾਂਗਰਸ ਦਾ ਹੀ ਸੀਗਾ ਕਿ 149 ਸੀਟਾਂ ਗੁਜਰਾਤ 'ਚ ਵੱਧ ਤੋਂ ਵੱਧ ਕਾਂਗਰਸ ਨੇ ਜਿੱਤੀਆਂ ਸੀ ਮਾਧਵ ਸਿੰਘ ਸੋਲੰਕੀ ਦੀ ਅਗਵਾਈ ਦੇ ਵਿੱਚ। ਤੇ ਉਸ ਤੋਂ ਬਾਅਦ ਹੁਣ ਸਭ ਤੋਂ ਵੱਡੀ ਜਿਹੜੀ ਜ਼ਿਆਦਾ ਰਿਕਾਰਡ ਇਹਨਾਂ ਨੇ ਬਣਾਇਆ, 156 ਸੀਟਾਂ ਜਿੱਤੀਆਂ। ਤੇ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜੀ ਇਹ ਸਾਰੀ ਸਥਿਤੀ ਬਣ ਕੇ ਸਾਹਮਣੇ ਆਈ ਹੈ ਕਿ ਇੰਨੇ ਰਿਕਾਰਡ ਵੀ ਟੁੱਟਿਆ। ਕਾਂਗਰਸ ਦੀ ਉੱਥੇ ਇਹ ਹਾਲਤ ਹੋਈ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਉੱਥੇ ਦਾਖਲਾ ਹੋਇਆ ਹੈ ਤੇ ਇੱਕ ਨਵੀਂ ਧਿਰ ਉੱਥੇ ਪੈਦਾ ਹੋ ਗਈ ਹੈ। ਤਾਂ ਇਹ ਸਾਰੀ ਸਥਿਤੀ ਜਿਹੜੀ ਹੁਣ ਬਣੀ ਹੈਗੀ ਹੈ,
ਔਰ ਇਸ ਦੇ ਵਿੱਚ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਕਿ ਜਿਸ ਤਰ੍ਹਾਂ ਹੁਣ ਦਿੱਲੀ ਦੀਆਂ ਨਗਰ ਨਿਗਮ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਫਤਵਾ ਦਿੱਤਾ, ਉੱਥੇ ਬੀਜੇਪੀ ਨੂੰ ਹਰਾਇਆ, ਉੱਥੇ ਵੀ ਪ੍ਰਧਾਨ ਮੰਤਰੀ ਦਾ ਚਿਹਰਾ ਕਿਸੇ ਨੇ ਦੇਖਿਆ ਨਹੀਂ ਹੈ। ਜਾਂ ਜਿਹੜੀਆਂ ਉਪ ਚੋਣਾਂ ਹੋਈਆਂ ਉਹਦੇ ਚ ਵੀ ਇਸ ਤਰ੍ਹਾਂ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਗੁਜਰਾਤ ਦਾ ਪ੍ਰਭਾਵ ਬਣਿਆ ਹੈਗਾ, ਜਾਂ ਉਹ ਜਿਹੜਾ ਜਿਸ ਤਰ੍ਹਾਂ ਉਹਦੀ 65 ਬਣੀ ਆ, ਉਸ ਨੂੰ ਅੱਗੇ ਪੇਸ਼ ਕੀਤਾ ਜਾ ਰਿਹਾ, ਇਸ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਕਿੰਨਾ ਕੁ ਅਸਰ ਪੈਣ ਦੇ ਅਸਾਰ ਤੁਹਾਨੂੰ ਲੱਗਦੇ ਆ? ਜਾਂ ਲੋਕ ਜਿਹੜੇ ਆ ਦੇਸ਼ ਦੇ ਅੰਦਰ, ਜਿਸ ਤਰ੍ਹਾਂ ਵੋਟਰਾਂ ਨੇ ਹੁਣ ਦਿੱਲੀ 'ਚ ਵੱਖਰਾ ਬਿਹੇਵ ਕੀਤਾ, ਹਿਮਾਚਲ ਪ੍ਰਦੇਸ਼ 'ਚ ਵੱਖਰਾ ਬਿਹੇਵ ਕੀਤਾ, ਗੁਜਰਾਤ ਦੇ ਵਿੱਚ ਬਿਲਕੁਲ ਵੱਖਰੀ ਤਰ੍ਹਾਂ ਵੋਟਰ ਜਿਹੜਾ ਹੈ ਉਹ ਪੇਸ਼ ਆਇਆ। ਇਹ ਤਿੰਨ ਸਾਡੇ ਕੋਲ ਇਸ ਵੇਲੇ ਜਿਹੜੇ ਵੋਟਰ ਦਾ ਜਿਹੜਾ ਸੁਭਾਅ ਹੈ ਜਾਂ ਵੋਟਰ ਦਾ ਜਿਹੜਾ ਰੁਝਾਨ ਹੈ, ਉਹ ਸਾਡੇ ਕੋਲ ਸਾਹਮਣੇ ਆਇਆ। ਉਪ ਚੋਣਾਂ ਦਾ ਵੀ ਸਾਹਮਣੇ ਆਇਆ, ਚੌਥੇ ਥਾਂ ਤੇ ਅਸੀਂ ਉਹਨੂੰ ਵੀ ਦੇਖ ਸਕਦੇ। ਤਾਂ ਇਹ ਸਾਰੇ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ, ਉਹਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਜਿਹੜਾ 2024 ਹੈ, ਜਿਹੜਾ ਭਾਰਤੀ ਜਨਤਾ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਦੋਂ ਵੀ ਨਰਿੰਦਰ ਮੋਦੀ ਤੋਂ ਸਿਵਾ ਹੋਰ ਕੋਈ ਨਹੀਂ, ਇਹ ਗੱਲ ਠੀਕ ਸਿੱਧ ਹੋਏਗੀ ਜਾਂ ਲੋਕ ਇਸ ਨੂੰ ਰੱਦ ਕਰ ਦੇਣਗੇ, ਜਿਸ ਤਰ੍ਹਾਂ ਹੁਣ ਵੱਖ-ਵੱਖ ਥਾਵਾਂ ਤੇ ਲੋਕਾਂ ਨੇ ਜਾਂ ਵੋਟਰ ਨੇ ਵਿਵਹਾਰ ਕੀਤਾ? ਦੇਖੋ, ਇੱਕ ਤਰ੍ਹਾਂ ਬੇਸ਼ੱਕ ਅਸੀਂ ਦੇਖਿਆ ਕਿ ਕਾਫੀ ਅਰਸੇ ਤੋਂ ਜਿਹੜੀ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਪਹਿਲਾਂ ਕਾਫੀ ਰੁਝਾਨ ਬਣਿਆ ਸੀ। ਹੁਣ ਖੇਤਰੀ ਪਾਰਟੀਆਂ ਦਾ ਰੁਝਾਨ ਜਿਹੜਾ ਹੈਗਾ ਉਹ ਵੀਕ ਹੋ ਰਿਹਾ। ਚਾਹੇ ਉਹ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਹੈ, ਚਾਹੇ ਉਹ ਲੋਕ ਦਲ ਹੈ, ਚਾਹੇ ਉਹ ਬੀਜੂ ਪਟਨਾਇਕ ਦੀ ਪਾਰਟੀ ਹੈ, ਚਾਹੇ ਉਹ ਆਰਜੇਡੀ ਹੈਗੀ ਆ। ਅਸੀਂ ਦੇਖ ਰਹੇ ਹਾਂ ਕਿ ਚਾਹੇ ਉਹ ਬੀਐਸਪੀ ਹੈਗੀ ਆ ਜਾਂ ਮੁਲਾਇਮ ਸਿੰਘ ਦੀ ਗਰੁੱਪ ਦੀ ਪਾਰਟੀ ਹੈਗੀ ਆ। ਲੇਕਿਨ ਉਹਦੇ ਨਾਲ ਹੁਣ ਜਿਹੜੇ ਇਲੈਕਸ਼ਨ ਸਾਡੇ ਪਾਸ ਰਿਜ਼ਲਟ ਆ ਰਹੇ ਨੇ, ਜੋ ਅਸੀਂ ਦੇਖ ਰਹੇ ਹਾਂ, ਉਹਦੇ 'ਚ ਕਿਤੇ ਨਾ ਕਿਤੇ ਫਿਰ ਸਾਨੂੰ ਲੱਗ ਰਿਹਾ ਹੈ ਕਿ ਇਹ ਜਿਹੜਾ ਰੀਜਨਲ ਆਇਡੈਂਟੀਟੀਜ਼ ਦੀਆਂ ਮਤਲਬ ਜਾਂ ਰੀਜਨਲ ਆਇਡੈਂਟੀਟੀ ਨੂੰ ਇੱਕ ਅਲੱਗ ਮੁੱਦਾ ਹੈ। ਜਿਹੜੀਆਂ ਰੀਜਨਲ ਐਸਪੀਰੇਸ਼ਨਸ ਲੋਕਾਂ ਦੇ ਉੱਥੇ ਦੀਆਂ ਹਾਲਾਤਾਂ ਨੂੰ ਦੇਖ ਕੇ, ਜਿਵੇਂ ਕਿ ਪੰਜਾਬ ਦੇ ਵਿੱਚ ਤੁਸੀਂ ਹੁਣ ਅਗਰ ਐਗਰੀਕਲਚਰ ਨੂੰ ਆਪਣੇ ਪੂਰੇ ਮੈਨੀਫੈਸਟੋ 'ਚੋਂ ਬਾਹਰ ਰੱਖੋਗੇ ਤਾਂ ਤੁਸੀਂ ਪੰਜਾਬ ਦੇ ਬਾਰੇ ਗੱਲ ਨਹੀਂ ਕਰ ਪਾਓਗੇ। ਪੰਜਾਬ ਦੇ ਇਸ ਕਰਕੇ ਇਹ ਜਿਹੜੇ ਸਾਡੇ ਪਾਸ, ਚਾਹੇ ਉਹ ਤੁਸੀਂ ਐਗਜ਼ਾਮਪਲ ਦਿੱਤੀ ਸੀ ਵੈਸਟ ਬੰਗਾਲ ਦੀ 34 ਸਾਲ ਦੀ ਗੱਲ ਕੀਤੀ ਸੀਗੀ, ਉਹ ਜਦ ਤੱਕ ਲੋਕਾਂ ਦੀ ਪ੍ਰਤੀਨਿਧਤਾ ਪ੍ਰੋਪਰ ਤਰੀਕੇ ਨਾਲ ਹੁੰਦੀ ਗਈ, ਜਦੋਂ ਉਹ ਵੀ ਸੀਪੀਐਮ ਵੀ ਇੱਕ ਤਰ੍ਹਾਂ ਨਾਲ ਗਰੰਟੀ ਲੈਣ ਲੱਗ ਪਏ ਤਾਂ ਲੋਕਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਉੱਥੇ ਬਹੁਤ ਅੱਛੀ ਤਰ੍ਹਾਂ ਨਾਲ ਅੱਗੇ ਲੈ ਕੇ ਆਂਦਾ। ਔਰ ਉੱਥੇ ਜਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਪੋਲੀਟੀਸਾਈਜੇਸ਼ਨ ਹੋਈ, ਉਹ ਬੜੀ ਇੰਪੋਰਟੈਂਟ ਹੈਗੀ ਹੈ। ਇਸ ਲਈ ਭਾਰਤ ਦੇ ਲੋਕਤੰਤਰ ਨੂੰ ਜਿਹੜਾ ਸਾਡਾ ਹੈ, ਉਹਦੇ 'ਚ ਇੱਕ ਬੜੀ ਅਹਿਮੀਅਤ ਹੈਗੀ ਆ ਕਿ ਪੋਲੀਟੀਕਲ ਪਾਰਟੀਜ਼ ਨੂੰ ਇੱਕ ਲਾਰਜਰ ਇੰਡੀਆ ਲੈਵਲ ਦੇ ਉੱਤੇ ਕੈਨਵਸ ਬਣਾ ਕੇ ਇੱਕੋ ਹੀ ਕਲਰ ਦਾ ਤੁਸੀਂ ਉਹਨਾਂ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੋਗੇ, ਪੇਂਟ ਕਰਨ ਦੀ ਕੋਸ਼ਿਸ਼ ਕਰੋਗੇ, ਤੁਸੀਂ ਤਰੱਕੀ ਨਹੀਂ ਕਰ ਪਾਓਗੇ। ਤੁਹਾਨੂੰ ਹਰੇਕ ਸੂਬੇ ਵਿੱਚ ਜਿਹੜੀ ਮੈਨੀਫੈਸਟੋ ਹੈਗੀ ਆ, ਲੋਕਾਂ ਦੀਆਂ ਜੋ ਜ਼ਰੂਰਤਾਂ ਨੇ, ਜੋ ਉਹਨਾਂ ਦੀਆਂ ਲੋੜਾਂ ਨੇ, ਉਹਦੇ ਅਨੁਸਾਰ ਮਾਰਕੀਟ ਦਾ ਮਾਡਲ ਜਿਹੜਾ ਹੈਗਾ, ਜਿਹੜੀ ਗਲੋਬਲਾਈਜੇਸ਼ਨ ਹੈ, ਹੁਣ ਤਾਂ ਗਲੋਬਲਾਈਜੇਸ਼ਨ ਵਰਲਡ ਲੈਵਲ ਤੇ ਵੀ ਉਸ ਤਰ੍ਹਾਂ ਦੀ ਇਹਨੂੰ ਕਹਿੰਦੇ ਆ ਕਿ ਫੇਲਿਅਰ ਹੋ ਰਹੀ ਹੈ। ਕਿਉਂਕਿ ਕੋਈ ਸਮੇਂ ਸੀਗਾ ਜਦੋਂ ਤੁਸੀਂ ਦੇਖੋ ਓਬਾਮਾ ਵੇਲੇ ਵੀ ਉਹਨਾਂ ਨੇ ਕਿਹਾ ਸੀ ਪ੍ਰੋਟੈਕਸ਼ਨਿਜ਼ਮ, ਕਿ ਚੰਗੀ ਤਰ੍ਹਾਂ ਆਪਣੇ ਬਾਰਡਰਾਂ ਨੂੰ ਸੰਭਾਲ ਲਓ, ਇਕਨੋਮੀ ਫੇਲ ਹੋ ਰਹੀ ਹੈ। ਇਸ ਲਈ ਕੋਈ ਵੀ ਜਿਹੜਾ ਬਿਰਤਾਂਤ ਹੈਗਾ, ਚਾਹੇ ਉਹ ਮਾਡਰਨਾਈਜੇਸ਼ਨ ਦੀ ਗੱਲ ਹੋ, ਚਾਹੇ ਪੋਸਟ ਮਾਡਰਨ ਦੀ ਗੱਲ ਹੈਗੀ ਹੈ, ਚਾਹੇ ਉਹ ਗਲੋਬਲਾਈਜੇਸ਼ਨ ਦੀ ਗੱਲ ਹੈਗੀ ਆ, ਉਹ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਬਿਲਕੁਲ ਕੋਈ ਜਿਵੇਂ ਕਿ ਤੁਸੀਂ ਕੋਈ ਆਰਗੈਨਿਕ ਚੀਜ਼ ਹੈ ਤੁਸੀਂ ਉਗਾਈ ਹੈ, ਉਹ ਨੇਚਰਲ ਹੈ। ਨਹੀਂ, ਇਹ ਤੁਸੀਂ ਕ੍ਰੀਏਟ ਕੀਤਾ ਗਿਆ, ਮੰਡੀ ਨੇ ਕ੍ਰੀਏਟ ਕੀਤਾ ਗਿਆ, ਇਹ ਪ੍ਰੋਫਿਟ ਦੇ ਨਜ਼ਰੀਏ ਤੋਂ ਕ੍ਰੀਏਟ ਕੀਤਾ ਗਿਆ। ਇਹ ਜਿਹੜੇ ਸਾਰੇ ਮਾਡਲ ਨੇ, ਇਹ ਮਾਡਲ ਸਕਸੈਸ ਦੇ ਮਾਡਲ ਨੇ ਕਿ ਕਿਵੇਂ ਤੁਸੀਂ ਆਪਣੇ ਲਿਮਿਟਿਡ ਜੇ ਅਦਾਰੇ ਵਿੱਚ ਸਕਸੈਸ ਪ੍ਰਾਪਤ ਕਰਨੀ ਹੈ, ਕਿਵੇਂ ਤੁਸੀਂ ਵੱਧ ਤੋਂ ਵੱਧ ਪ੍ਰੋਫਿਟ ਲੈਣਾ ਹੈ। ਹੁਣ ਜਦੋਂ ਤੁਸੀਂ ਲੋਕਤੰਤਰ ਵਿੱਚ ਇਹ ਚੀਜ਼ਾਂ ਅਪਣਾ ਕੇ ਚੱਲਦੇ ਨੇ, ਕਿਵੇਂ ਜਿੱਤਣਾ ਹੈ, ਕਿਵੇਂ ਵੱਧ ਤੋਂ ਵੱਧ ਵੋਟਾਂ ਲੈਣੀਆਂ ਹੈ, ਕਿਸ ਤਰ੍ਹਾਂ ਸਰਕਾਰਾਂ ਬਣਾਉਣੀਆਂ ਨੇ, ਤਾਂ ਤੁਸੀਂ ਇਸ ਗੱਲ ਤੋਂ ਤਾਂ ਬਿਲਕੁਲ ਬਾਹਰ ਹੋ ਜਾਂਦੇ ਹੋ ਕਿ ਲੋਕੀ ਕੀ ਚਾਹੁੰਦੇ ਆ। ਤੁਸੀਂ ਤਾਂ ਲੋਕਾਂ ਨੂੰ ਮਨਾ ਕੇ ਮੰਨਦੇ ਵੀ ਇਸ ਨੇ ਤਾਂ ਵੋਟਾਂ ਲੈਣੀਆਂ, ਸਰਕਾਰ ਬਣਾਉਣੀ ਆ, ਤੁਸੀਂ ਉਹਨਾਂ ਨੂੰ ਤਾਂ ਆਪਣੇ ਕਿਤੇ ਮੱਦੇ ਨਜ਼ਰ ਰੱਖਦੇ ਨਹੀਂ। ਜੇ ਤੁਸੀਂ ਰੱਖਦੇ ਆ ਤਾਂ ਉਹਨਾਂ ਨੂੰ ਦਾਲ ਦੇਣੀ ਆ, ਉਹਨਾਂ ਨੂੰ ਆਟਾ ਦੇਣਾ, ਉਹਨਾਂ ਨੂੰ ਸਹੂਲਤਾਂ ਦੇਣੀਆਂ, ਉਹਨਾਂ ਨੂੰ ਬਿਜਲੀ ਪਾਣੀ ਮੁਫਤ ਦੇਣਾ। ਬਈ ਨਹੀਂ, ਉਹ ਤੁਹਾਡੇ ਅਸਲੀ ਮਾਲਕ ਤਾਂ ਉਹ ਨੇ, ਅਸਲੀ ਸ਼ਕਤੀ ਦੇ ਮਾਲਕ ਉਹ ਨੇ। ਤੁਸੀਂ ਉਹਨਾਂ ਤੋਂ ਤੇ ਸ਼ਕਤੀ ਲੈ ਰਹੇ ਹੋ, ਲੈ ਕੇ ਤਾਂ ਉਹਨਾਂ ਦੀ ਲਈ ਵਰਤ ਰਹੇ ਹੋ ਕਿ ਤੁਸੀਂ ਜਿਹੜੀ ਉਹਨਾਂ ਤੋਂ ਪ੍ਰਭੂ ਸੱਤਾ ਲੈ ਕੇ ਲੋਕ ਸਭਾ 'ਚ ਵਿਧਾਨ ਸਭਾ 'ਚ ਬੈਠ ਕੇ ਵਰਤਣ ਦੀ ਗੱਲ ਕਰਦੇ ਆ। ਜੇ ਤੁਹਾਡੀਆਂ ਨੀਤਾਂ ਸਾਫ਼ ਨਹੀਂ ਹੈਗੀਆਂ, ਜੇ ਤੁਸੀਂ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਕਰਨੀ, ਤੁਸੀਂ ਉਹਨਾਂ ਦੇ ਖੇਤਰੀ ਤੌਰ ਦੇ ਉੱਤੇ ਜੋ ਜ਼ਰੂਰਤਾਂ ਨੇ ਉਹਨੂੰ ਮੱਦੇ ਨਜ਼ਰ ਨਹੀਂ ਰੱਖਦੇ, ਤਾਂ ਠੀਕ ਹੈ,
ਤੁਸੀਂ ਇੱਕ ਖਿੱਤੇ 'ਚ ਬਹੁਤ ਦੇਰ ਤੱਕ ਰਹਿ ਸਕਦੇ ਹੋ, ਪਰ ਉੱਥੇ ਵੀ ਬਹੁਤ ਦੇਰ ਤੱਕ ਨਹੀਂ ਰਹਿ ਪਾਓਗੇ। ਤੁਹਾਨੂੰ ਸਾਰਾ ਕੁਝ ਸਮਝ ਕੇ ਇਹ ਰੱਖਣਾ ਪਊਗਾ, ਕਿਉਂਕਿ ਇਹ ਸਾਡਾ ਸੰਵਿਧਾਨ ਜਿਹੜਾ ਹੈਗਾ, ਜੇ ਤੁਸੀਂ ਉਹਦੀਆਂ ਕੰਸਟੀਟਿਊਟ ਅਸੈਂਬਲੀਜ਼ ਦੀਆਂ ਡਿਬੇਟਸ ਪੜ੍ਹੋ, ਉਹਦੇ 'ਚ ਬੜੀ ਡਿਟੇਲ 'ਚ ਆਈ ਹੋਈ ਆ ਕਿ ਇਹਦਾ ਇੱਕ ਆਪਣਾ ਅਲੱਗ ਤਰ੍ਹਾਂ ਦਾ ਹਰੇਕ ਸੂਬੇ ਦਾ ਆਪਣੀ ਉਹਦੀ ਰੂਪ ਰੇਖਾ ਹੈਗੀ ਆ, ਉਹਦੀਆਂ ਆਪਣੀਆਂ ਜ਼ਰੂਰਤਾਂ ਨੇ, ਹੈ ਵੀ ਨੇਚਰਲੀ ਹੈਗਾ। ਯੂ ਹੈਵ ਟੂ ਕੀਪ ਇਟ ਕਿ ਕਿਸ ਸੂਬੇ ਦੀ ਕੀ ਜ਼ਰੂਰਤ ਹੈ। ਹਰੇਕ ਪਾਰਟੀ ਨੂੰ ਜਦ ਤੱਕ ਉਹ ਸਮੱਸਿਆਵਾਂ ਦੀ ਐਡਰੈਸ ਨਹੀਂ ਹੁੰਦੀਆਂ ਤਦ ਤੱਕ ਉਹ ਨਹੀਂ ਬਣੇਗੀ। ਹਿਮਾਚਲ ਦੇ ਵਿੱਚ ਲੋਕਾਂ ਦੀ ਸਮੱਸਿਆ ਸੀਗੀ ਰੁਜ਼ਗਾਰ ਦੀ। ਜਦੋਂ ਕਾਂਗਰਸ ਪਾਰਟੀ ਨੇ ਇਹ ਨਾਅਰਾ ਮਾਰਿਆ ਕਿ ਅਸੀਂ ਨੌਕਰੀਆਂ ਪੱਕੀਆਂ ਕਰਾਂਗੇ, ਅਸੀਂ ਪੈਨਸ਼ਨਾਂ ਦੇਵਾਂਗੇ, ਸਰਕਾਰੀ ਨੌਕਰੀਆਂ ਬਹਾਲ ਕਰਾਂਗੇ, ਸਿਰਫ ਇਸ ਗੱਲ ਨਹੀਂ ਉੱਥੇ ਚੇਂਜ ਲਿਆਂਦੀ ਹੈ। ਉਹਨਾਂ ਨੂੰ ਲੱਗਿਆ ਕਿ ਸਾਡੀ ਇਹੋ ਖੇਤਰੀ ਜਿਹੜੀ ਜ਼ਰੂਰਤ ਹੈ ਉਹਦੀ ਗੱਲ ਕਰਦੇ ਆ। ਜਦੋਂ ਇਹਨਾਂ ਪਾਰਟੀਆਂ ਨੂੰ ਹਰੇਕ ਖੇਤਰ ਦੇ ਲੋਕਾਂ ਦੀਆਂ ਅਸਲੀ ਸਮੱਸਿਆ ਦਾ ਸਮਝ ਆ ਜਾਊਗਾ, ਉਹ ਲੋਕਾਂ ਤੇ ਰੱਖੋਗੇ, ਲੋਕੀ ਇਹਨਾਂ ਦੇ ਪਾਸ ਹੋ ਜਾਊਗੇ, ਲੋਕੀ ਇਹਨਾਂ ਪਾਸ ਨਿਕਲ ਆਉਗੇ। ਉਹਦੇ ਬਾਵਜੂਦ ਵੀ ਜਿਹੜਾ ਲੋਕਤੰਤਰ ਹੈ ਉਹਦੇ ਵਿੱਚ ਸਿੱਖਿਆ ਤਾਂ ਲੋਕਾਂ ਨੇ ਲਈ ਹੈ ਨਾ। ਇੱਕ ਪਾਰਟੀ ਆਈ, ਰਾਜ ਕੀਤਾ, ਚਲ ਗਈ, 5 ਸਾਲ ਬਾਹਰ ਚਲ ਗਈ, ਫਿਰ ਉਹਨੇ ਆਪਣਾ ਮੈਕਨਾਈਜੇਸ਼ਨ ਕੀਤੀ, ਫਿਰ ਮੁੜ ਕੇ ਆ ਗਈ। ਲੋਕ ਤਾਂ ਲਗਾਤਾਰ ਦੇਖ ਰਹੇ ਹਨ। ਇਹ ਤਾਂ ਗੱਡੀ ਆ, ਉਹ ਲਾਈਨ ਤੋਂ ਗੁਜ਼ਰੀ, ਨਿਕਲ ਕੇ ਨਵੀਂ ਗੱਡੀ ਨਿਕਲ ਗਈ ਲਾਈਨ ਤੋਂ। ਜਿਹੜਾ ਥੱਲੇ ਲਾਈਨ ਵਿਛੀ ਹੋਈ ਆ ਉਹਦਾ ਜਦ ਤੱਕ ਸਿਸਟਮ ਤਕੜਾ ਹੈ ਤਦੇ ਗੱਡੀ ਚੱਲ ਪਾਏਗੀ ਨਾ, ਤਦੇ ਤੁਸੀਂ ਪਾਰਟੀਆਂ ਆ ਕੇ ਵੱਖ-ਵੱਖ ਪਾਰਟੀਆਂ ਉੱਤੋਂ ਚਲਾ ਕੇ ਲੋਕਤੰਤਰ ਵਿੱਚ ਆਪਣੇ ਤੁਸੀਂ ਧਾਰਾ ਨੂੰ, ਆਪਣੀ ਮੈਨੀਫੈਸਟੋ ਨੂੰ, ਆਪਣੀ ਆਈਡੀਓਲੋਜੀ ਨੂੰ ਚਲਾਓਗੇ। ਜੇ ਤੁਸੀਂ ਉਹ ਜਿਹੜਾ ਥੱਲੇ ਤੁਹਾਡੀ ਲਾਈਨ ਬਣੀ ਹੋਈ ਆ ਤੁਸੀਂ ਉਹਦਾ ਧਿਆਨ ਨਹੀਂ ਰੱਖਿਆ, ਤੁਹਾਡੀ ਗੱਡੀ ਉਲਟ ਸਕਦੀ ਹੈ, ਤੁਸੀਂ ਡਿੱਗ ਸਕਦੇ ਹੋ, ਤੁਸੀਂ ਕਿਤੇ ਬਾਹਰ ਜਾ ਸਕਦੇ ਹੋ। ਲੋਕਤੰਤਰ ਦਾ ਜਿਹੜਾ ਮੇਨ ਜੜ ਹੈ ਉਹ ਤੁਹਾਡੇ ਵੋਟਰਸ ਨੇ, ਲੋਕ ਨੇ। ਤੁਸੀਂ ਉਹਨਾਂ ਨੂੰ ਇੱਕਦਮ ਇਹ ਸਮਝ ਕੇ ਕਿ ਜਿੱਦਾਂ ਮਰਜ਼ੀ ਯੂਜ਼ ਕਰ ਲਈਏ, ਜਿੱਦਾਂ ਮਰਜ਼ੀ ਇਹਨਾਂ ਨੂੰ ਵਾਅਦੇ ਕਰ ਲਈਏ, ਝੂਠੇ ਸੱਚੇ ਪਾਵਰ 'ਚ ਆ ਜਾਈਏ, ਠੀਕ ਹੈ। ਸਾਡੇ ਪਾਸ ਅਜੇ ਐਜੂਕੇਸ਼ਨ ਦਾ ਜਿਹੜਾ ਪ੍ਰਸਾਰ ਹੋ ਰਿਹਾ ਹੈ, ਪਰ ਲੋਕਾਂ 'ਚ ਰਾਜਨੀਤਿਕਤਾ ਐਜੂਕੇਸ਼ਨ ਆਈ ਹੋਈ ਆ। ਇਸ ਕਰਕੇ ਜੇ ਬਹੁਤ ਜ਼ਰੂਰੀ ਹੈ ਕਿ ਅਸੀਂ ਜੇ ਲੋਕਤੰਤਰ ਨੂੰ ਸਹੀ ਰਸਤੇ ਤੇ ਪਾਉਣਾ ਹੈ ਤਾਂ ਸਾਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ, ਨਾ ਕਿ ਸਮੱਸਿਆਵਾਂ ਕ੍ਰੀਏਟ ਕਰਕੇ ਉਹਦੇ ਤੇ ਲੋਕਾਂ ਦੀ ਓਪੀਨੀਅਨ ਬਣਾ ਕੇ ਫਿਰ ਅਸੀਂ ਇਲੈਕਸ਼ਨ ਲੜਦੇ ਹਾਂ। ਉਹ ਅਸੀਂ ਇਹ ਦੇਖਦੇ ਹਾਂ ਕਿ ਹੁਣ ਜਿਹੜੀ ਹਿਮਾਚਲ ਦੀ ਤੁਸੀਂ ਗੱਲ ਕੀਤੀ ਹੈ, ਉੱਥੇ ਲੋਕਾਂ ਦਾ ਵੀ ਕਹਿਣਾ ਹੈ ਤੇ ਉੱਥੇ ਕਾਂਗਰਸ ਵੀ ਜਿਹਨੇ ਇਸ ਵੇਲੇ ਜਿੱਤ ਪ੍ਰਾਪਤ ਕੀਤੀ ਹੈ ਉਸ ਦਾ ਵੀ ਕਹਿਣਾ ਹੈ ਕਿ ਸਾਨੂੰ ਇਸ ਕਰਕੇ ਜਿੱਤ ਇੱਥੇ ਮਿਲੀ ਹੈ ਕਿ ਅਸੀਂ ਲੋਕਾਂ ਦੇ ਜਿਹੜੇ ਸਥਾਨਕ ਮਸਲੇ ਸੀ, ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਸੀ, ਲੋਕ ਇਸ ਵੇਲੇ ਜਿਸ ਹਾਲਤ ਚੋਂ ਲੰਘ ਰਿਹਾ ਹੈ ਉਹਦੇ ਕਰਕੇ ਸਾਨੂੰ ਮਿਲਿਆ। ਤੇ ਪਰ ਅਸੀਂ ਇਹ ਦੇਖਦੇ ਹਾਂ ਕਿ ਦੂਸਰੀਆਂ ਥਾਵਾਂ ਤੇ ਜਿਵੇਂ ਗੁਜਰਾਤ 'ਚ ਲੋਕਾਂ ਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ। ਸਿਰਫ ਉੱਥੇ ਉਹਨਾਂ ਨੇ ਜਿਹੜਾ ਆਪਣੇ ਨਰਿੰਦਰ ਮੋਦੀ ਕਿ ਉੱਥੋਂ ਆਉਂਦੇ ਨੇ ਗੁਜਰਾਤ ਤੋਂ, ਗੁਜਰਾਤੀ ਨੇ ਤੇ ਉਹ ਪ੍ਰਧਾਨ ਮੰਤਰੀ ਨੇ, ਇਸ ਕਰਕੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਤੇ ਬਾਕੀ ਉਹ ਸਾਰੇ ਆਪਣੇ ਜਿਹੜੇ ਮਸਲੇ ਸੀਗੇ ਉਹਨਾਂ ਦੇ ਬੁਨਿਆਦੀ ਉਹਨਾਂ ਨੇ ਪਾਸੇ ਰੱਖ ਦਿੱਤਾ। ਇੱਕ ਤੇ ਦੂਸਰਾ ਅਸੀਂ ਦੇਖਦੇ ਹਾਂ ਕਿ ਜਿਹੜੀ ਜਿਸ ਤਰ੍ਹਾਂ ਦੀ ਦੇਸ਼ ਦੇ ਅੰਦਰ ਇਸ ਵੇਲੇ ਆਰਥਿਕ ਹਾਲਤ ਬਣੀ ਹੋਈ ਹੈ, ਇਹ ਨੀਅਰ ਫਿਊਚਰ 'ਚ ਕੋਈ ਸੁਧਰਨ ਦੀ ਸੰਭਾਵਨਾ ਘੱਟ ਹੈ। ਜਿਸ ਤਰ੍ਹਾਂ ਦਾ ਸਾਰੇ ਕੌਮਾਂਤਰੀ ਪੱਧਰ ਦੇ ਉੱਪਰ ਜਿਹੜਾ ਮੰਦਵਾੜਾ ਚੱਲ ਰਿਹਾ ਹੈਗਾ ਉਸ ਦੇ ਵਿੱਚ, ਤਾਂ ਲੱਗਦਾ ਨਹੀਂ ਕਿ ਜਿਹੜੀਆਂ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਸਾਰੇ ਦੇਸ਼ ਵਿੱਚ ਵੀ ਇਸ ਦਾ ਅਸਰ ਪਏਗਾ ਆਉਣ ਵਾਲੇ ਸਮੇਂ 'ਚ। ਬਿਲਕੁਲ ਪਵੇਗਾ, ਲੋਕਾਂ ਦੀ ਜਿਹੜੀ ਸਮਝ ਹੋਏਗੀ। ਤੁਸੀਂ ਦੇਖੋ ਕਿ ਪੰਜਾਬ ਦੇ ਅਕਸਰ ਰਿਜ਼ਲਟ ਬਾਕੀ ਸੂਬੇ ਨਾਲੋਂ ਅਲੱਗ ਹੁੰਦੇ ਆ ਜੀ, ਅਕਸਰ ਅਲੱਗ ਹੁੰਦੇ ਆ। ਪੰਜਾਬ ਦੇ ਵਿੱਚ ਹਮੇਸ਼ਾ ਹੀ ਜਦੋਂ ਕਿਸੇ ਵੀ ਪਾਸੇ ਆਮ ਆਦਮੀ ਪਾਰਟੀ ਨੂੰ ਕੋਈ ਕੁਛ ਨਹੀਂ ਸੀਟ ਦਿੱਤੀ ਸੀ, ਪੰਜਾਬ ਨੇ 4 ਲੋਕ ਸਭਾ ਦੀਆਂ ਸੀਟਾਂ ਦਿੱਤੀਆਂ ਸੀ। ਬਿਲਕੁਲ ਠੀਕ ਹੈ। ਅਗਰ ਗੁਜਰਾਤ ਦੇ ਵਿੱਚ 156 ਸੀਟਾਂ ਲਈਆਂ ਨੇ 182 ਚੋਂ, ਤਾਂ ਪੰਜਾਬ ਦੇ ਵਿੱਚ ਵੀ 117 ਚੋਂ ਇਹ 92 ਸੀਟਾਂ ਦਿੱਤੀਆਂ ਨੇ। ਬਿਲਕੁਲ ਠੀਕ ਹੈ। ਇੱਕ ਟ੍ਰੈਂਡ ਬਣਿਆ ਨਾ। ਦੇਖੋ ਤੁਸੀਂ ਉੱਥੇ ਬੀਜੇਪੀ ਨੂੰ ਇੰਨੀ ਤਕੜੀ ਸ਼ਕਤੀ ਦਿੱਤੀ ਆ 7ਵੀਂ ਵਾਰੀ, ਪੰਜਾਬ ਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ ਛੱਡ ਕੇ, ਅਕਾਲੀ ਨੂੰ ਛੱਡ ਕੇ ਨਿਭਾ ਦਿੱਤਾ। ਇਹ ਕੀ ਦੱਸ ਰਿਹਾ? ਕਿਉਂਕਿ ਹਰੇਕ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ, ਉਹਨਾਂ ਦੀਆਂ ਆਕਾਂਖਸ਼ਾਵਾਂ, ਉਹਨਾਂ ਦੀਆਂ ਜ਼ਰੂਰਤਾਂ, ਉਹਨਾਂ ਦੀਆਂ ਸਮਝ ਜਿਹੜੀ ਹੈਗੀ ਆ, ਜਦ ਤੱਕ ਤੁਸੀਂ ਉਹਨੂੰ ਉਸ ਐਂਗਲ ਤੋਂ, ਉਸ ਨਜ਼ਰੀਏ ਤੋਂ ਭਾਪ ਕੇ ਉਹਨਾਂ ਤੱਕ ਨਹੀਂ ਪਹੁੰਚ ਕਰੋਗੇ, ਲੋਕ ਤੁਹਾਡੇ ਨਾਲ ਨਹੀਂ ਤੁਰੋਗੇ। ਜੀ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦਾ ਗੁਜਰਾਤ ਦੇ ਵਿੱਚ ਅੱਛੀ ਤਰ੍ਹਾਂ ਆਪੋਜੀਸ਼ਨ ਦੇ ਤੌਰ ਦੇ ਉੱਤੇ ਸਾਹਮਣੇ ਆਉਣਾ ਉਹ ਨਹੀਂ ਬਣ ਸਕਿਆ, ਕਿਉਂਕਿ ਇਹ ਉੱਥੇ ਦੀ ਲੋਕਾਂ ਦੀ ਨਬਜ਼ ਨਹੀਂ ਪਕੜ ਰਹੇ। ਮੋਦੀ ਸਾਹਿਬ ਨੇ ਬਹੁਤ ਅੱਛੀ ਤਰ੍ਹਾਂ ਪਕੜੀ ਹੋਈ ਹੈ, ਉਹਨਾਂ ਨੂੰ ਦੱਸਿਆ ਹੋਇਆ ਇਹ ਸਿਸਟਮ ਹੈ। ਕੁਝ ਇਸ਼ੂਜ਼ ਨੇ, ਕਿਉਂਕਿ ਕਾਂਗਰਸ ਪਾਰਟੀ ਦੀ ਇੱਕ ਆਪਣਾ ਇਤਿਹਾਸ ਰਿਹਾ ਜਿਸ ਨੂੰ ਲੈ ਕੇ ਬਾਰ-ਬਾਰ ਕਾਂਗਰਸ ਪਾਰਟੀ ਦੇ ਉੱਤੇ ਬੀਜੇਪੀ ਵੱਲੋਂ
मतलब एक दोष लगाया ਜਾਂਦਾ ਕਿ ਤੁਸੀਂ ਹਮੇਸ਼ਾ ਹੀ ਜਿਹੜੀ ਹੈ ਪੋਲਿਟਿਕਸ ਅਪੀਜ਼ਮੈਂਟ ਦੀ ਕੀਤੀ ਹੈ। ਉਹ ਇਹ ਕਹਿੰਦੇ ਨੇ ਤੁਸੀਂ ਝੂਠੇ ਸੈਕੂਲਰਿਸਟ ਹੋ। ਉਹ ਕਹਿੰਦੇ ਨੇ ਅਸੀਂ ਇੱਕ ਵੱਖਰੀ ਰਾਸ਼ਟਰ ਦੀ ਬਾਤ ਕਰਦੇ ਆ, ਯੂਨਿਟੀ ਦੀ ਗੱਲ ਕਰਦੇ ਆ, ਇੰਟੈਗ੍ਰਿਟੀ ਦੀ ਗੱਲ ਕਰਦੇ ਆ। ਇਹ ਜਿਹੜੇ ਵਿਚਾਰ ਇਸ ਤਰ੍ਹਾਂ ਦੇ ਆਉਂਦੇ ਨੇ, ਇਹ ਜਦ ਤੱਕ ਛਣ ਫੁੜ ਕੇ ਲੋਕਾਂ ਤੱਕ ਅੱਛੀ ਤਰ੍ਹਾਂ ਪਹੁੰਚ ਕੇ ਲੋਕਾਂ ਨੂੰ ਨਹੀਂ ਲੱਗਦਾ ਕਿ ਸਾਨੂੰ ਕਿਸ ਵਿਚਾਰ ਤੋਂ ਐਡਵਾਂਟੇਜ ਮਿਲਣਾ ਹੈ। ਲੋਕੀ ਬੜਾ ਸੋਚ ਰਹੇ ਨੇ। ਲੋਕਾਂ ਨੂੰ ਰੋਜ਼ੀ ਰੋਟੀ ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਆ ਉਹ ਆਈਡੀਓਲੋਜੀ ਜੇ ਉਸ ਨੂੰ ਸੋਲਵ ਕਰਦੀ ਆ ਤਦੀ ਆਈਡੀਓਲੋਜੀ ਸਟਰੋਂਗ ਹੋਏਗੀ। ਆਈਡੀਓਲੋਜੀ ਕੋਈ ਵੀ ਹਵਾ 'ਚ ਜਿਹੜੀ ਹੈ ਉਹ ਕਦੀ ਵੀ ਕਾਰਗਰ ਨਹੀਂ ਹੋ ਸਕਦੀ, ਕਿਉਂਕਿ ਪ੍ਰੋਫੈਸਰ ਜਿਹੜੀ ਤੁਸੀਂ ਆਈਡੀਓਲੋਜੀ ਦੀ ਗੱਲ ਕੀਤੀ, ਹੁਣ ਭਾਰਤ ਜਿਹੜੀ ਆਮ ਆਦਮੀ ਪਾਰਟੀ ਉਹਦੀ ਤਾਂ ਇਸ ਤਰ੍ਹਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ ਜਿਸ ਤਰ੍ਹਾਂ ਹੁਣ ਜੇ ਅਸੀਂ ਕਾਂਗਰਸ ਦੀ ਕਹਿ ਸਕਦੇ ਹਾਂ, ਭਾਰਤੀ ਜਨਤਾ ਪਾਰਟੀ ਦੀ ਕਹਿ ਸਕਦੇ ਹਾਂ, ਤਾਂ ਪਰ ਉਹਦੀ ਤਾਂ ਕੋਈ ਆਈਡੀਓਲੋਜੀ ਨਹੀਂ। ਉਹ ਤਾਂ ਸਿਰਫ ਜਿਹੜੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਜਾਂ ਲੋਕਾਂ ਦੇ ਕਲਿਆਣਕਾਰੀ ਸਿਹਤ ਦੀਆਂ ਸਹੂਲਤਾਂ ਦੀ ਗੱਲ ਕਰਦੇ ਆ, ਜਾਂ ਐਜੂਕੇਸ਼ਨ ਦੀ ਗੱਲ ਕਰਦੇ ਆ, ਜਾਂ ਮੁਫਤ ਬਿਜਲੀ ਦੀ ਗੱਲ ਕਰਦੇ ਆ, ਮੁਫਤ ਪਾਣੀ ਦੀ ਗੱਲ ਕਰਦੇ ਆ। ਉਹਨਾਂ ਦੀ ਤਾਂ ਇਸ ਤਰ੍ਹਾਂ ਦੀ ਕੋਈ ਵਿਚਾਰਧਾਰਾ ਹੈ ਹੀ ਨਹੀਂ। ਦੇਖੋ, ਸਾਡੇ ਪਾਸ ਦੋ ਮੇਨ ਪਾਰਟੀਆਂ ਨੇ ਜਿਹਨਾਂ ਦਾ ਇਤਿਹਾਸ ਹੈ। ਕਾਂਗਰਸ ਪਾਰਟੀ 1885 ਤੋਂ ਅਨਵਰਡਸ, ਜਨਸੰਘ ਤੇ ਬੀਜੇਪੀ। ਇਹਨਾਂ ਦੀ ਇੱਕ ਬੜੀ ਧਾਰਨਾ ਰਹੀ ਆ। ਭਾਵੇਂ ਇਹ ਕਾਂਗਰਸ ਪਾਰਟੀ ਨਾਲ ਇਹਨਾਂ ਦਾ ਇਤਿਹਾਸ ਛੋਟਾ ਹੈ ਕਿਉਂਕਿ 1925 ਤੋਂ ਅਸੀਂ ਮੰਨਦੇ ਆ ਰਹੇ, ਲੇਕਿਨ ਇਹ ਦੋਨਾਂ ਪਾਰਟੀਆਂ ਨੇ ਬਹੁਤ ਹੀ ਸਮਝ ਦੇ ਨਾਲ ਭਾਰਤ ਦਾ ਨਕਸ਼ਾ ਜਿਹੜਾ ਉਲੀਕ ਕੇ ਲੋਕਾਂ ਦੀ ਸਮਝ ਕੇ ਲੋਕਾਂ ਸਾਹਮਣੇ ਆਪਣਾ ਇੱਕ ਬਦਲ ਰੱਖ ਕੇ ਅੱਗੇ ਵਧੇ ਨੇ। ਭਾਵੇਂ ਕਦੀ 2 ਸੀਟਾਂ ਮਿਲਦੀਆਂ ਸੀ ਬੀਜੇਪੀ ਨੂੰ, ਕਦੀ 3 ਮਿਲਦੀਆਂ ਸੀਗੀਆਂ, ਕੋਈ ਸਮੇਂ ਆ ਗਿਆ 303 ਸੀਟਾਂ ਵੀ ਲਈਆਂ ਨੇ। ਇਹ ਸਮੇਂ ਲੱਗਿਆ ਇੱਕ। ਹੁਣ ਇਹ ਜਿਹੜੀਆਂ ਦੋ ਪਾਰਟੀਆਂ ਨੇ ਉਹ ਨੇ ਜਿਹੜੀਆਂ ਕਿ ਲੰਬੇ ਦਾਇਰੇ ਤੋਂ, ਲੰਬੇ ਸਮੇਂ ਤੋਂ ਲੋਕਾਂ ਦੇ ਨਾਲ ਇੰਟਰੈਕਟ ਕਰਕੇ, ਲੋਕਾਂ ਦੇ ਵਿੱਚ ਉੱਠ ਕੇ ਆਪਣੀਆਂ ਸਿਸਟਮ ਕਰਕੇ, ਇੰਟਰਨਲ ਜਿਹੜੀ ਆਪਣੀ ਪਾਰਟੀ ਸਿਸਟਮ ਬਣਾ ਕੇ, ਇੰਟਰਨਲ ਇਲੈਕਸ਼ਨ ਕਰਕੇ ਅੱਗੇ ਵਧੀਆਂ। ਹੁਣ ਜਦੋਂ ਖੜੌਤ ਪੈ ਗਈ ਇਹਨਾਂ ਵਿੱਚ, ਕਿਉਂਕਿ ਬੀਜੇਪੀ ਵਿੱਚ ਤਾਂ ਜ਼ਿਆਦਾ ਤਰੱਕੀ ਹੋਈ ਹੈ, ਬੀਜੇਪੀ ਨੇ ਤਾਂ ਵਧੀਆ ਤਰੀਕੇ ਨਾਲ ਸੰਗਠਨ ਕੀਤਾ ਆਪਣੇ ਆਪ ਨੂੰ। ਕਾਂਗਰਸ ਪਾਰਟੀ ਨੇ ਤੇ ਰਾਜ ਕੀਤਾ ਸ਼ਾਸਨ ਇੰਨੇ ਸਾਲ ਤੱਕ, ਬੀਜੇਪੀ ਨੇ ਤਾਂ ਉਸ ਸ਼ਾਸਨ ਤੋਂ, ਕਾਂਗਰਸ ਦੇ ਸ਼ਾਸਨ ਤੋਂ ਬਾਅਦ ਰਾਜ ਸ਼ਾਸਨ ਕਰਨਾ ਸ਼ੁਰੂ ਕੀਤਾ। ਹੁਣ ਜਦੋਂ ਇਹ ਦੋ ਪਾਰਟੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜੋ ਵਿਚਾਰ ਸੀਗੀ ਉਹ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਬਹੁਤ ਸਾਰੇ ਮੁੱਦਿਆਂ ਨੂੰ ਜੋੜ ਕੇ ਲੋਕਾਂ ਦੀ ਸਲਾਹ ਨਾਲ ਚੱਲ ਕੇ ਵਿਸ਼ੇ ਤਿਆਰ ਕੀਤੇ ਗਏ ਸਨ, ਮੈਨੀਫੈਸਟੋ ਤਿਆਰ ਕੀਤੇ ਗਏ ਸਨ। ਜਦੋਂ ਇਹ ਹੁਣ ਦੋਨੇ ਪਾਰਟੀਆਂ ਕਿਤੇ ਨਾ ਕਿਤੇ ਲੈਵਲ ਤੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਨੇ, ਲੋਕਾਂ ਦੀਆਂ ਜਿਹੜੀਆਂ ਸਮਝਾਂ ਨੇ ਉੱਤੇ ਪੂਰਾ ਨਹੀਂ ਉਤਰਦੀ, ਤਾਂ ਉੱਥੇ ਫਿਰ ਆਮ ਆਦਮੀ ਪਾਰਟੀ ਦਾ ਆ ਜਾਂਦਾ, ਅਸੀਂ ਸਭ ਕੁਝ ਦੇਵਾਂਗੇ, ਜਿਹੜੇ ਨਹੀਂ ਦੇ ਸਕੇ ਅਸੀਂ ਉਹ ਪ੍ਰੋਵਾਈਡ ਕਰਾਂਗੇ, ਜਿਹੜੇ ਨਹੀਂ ਦੇ ਸਕੇ। ਤਾਂ ਆਮ ਆਦਮੀ ਪਾਰਟੀ ਆਪਣੇ ਨਹੀਂ ਕੁਝ ਦੱਸਦੀ, ਉਹ ਦੱਸਦੀ ਹੈ ਵੀ ਇਹਨਾਂ ਨੇ ਕੁਝ ਨਹੀਂ ਕੀਤਾ, ਅਸੀਂ ਕਰਕੇ ਦੇਵਾਂਗੇ, ਅਸੀਂ ਆਹ ਦੇਵਾਂਗੇ। ਕਿਉਂਕਿ ਆਮ ਆਦਮੀ ਪਾਰਟੀ ਦਾ ਉਸ ਤਰ੍ਹਾਂ ਦਾ ਕੋਈ ਗੋਲਡਨ ਇਤਿਹਾਸ ਨਹੀਂ ਹੈਗਾ। ਉਹ ਤੇ ਇੰਨਾ ਹੀ ਆ ਕਿ ਲੋਕਪਾਲ ਵਾਸਤੇ ਗੱਲ ਹੋਈ ਸੀ, ਅੰਨਾ ਹਜ਼ਾਰੇ ਨੇ ਉੱਥੇ ਦਿੱਲੀ ਬੈਠੇ ਸਨ ਤੇ ਉੱਥੋਂ ਪਾਰਟੀ ਦਾ ਉਦੈ ਹੋਇਆ ਸੀਗਾ। ਹੁਣ ਉਹਨਾਂ ਦਾ ਮੇਨ ਮੁੱਦਾ ਰਹਿੰਦਾ ਕਿ ਅਸੀਂ ਜੋ ਕੋਈ ਹੋਰ ਨਹੀਂ ਕਰ ਪਾਏ ਅਸੀਂ ਕਰਕੇ ਦੇਵਾਂਗੇ। ਲੇਕਿਨ ਲੋਕੀ ਐਕਸਪੈਕਟ ਕਰਦੇ ਆ ਕਿ ਤੁਸੀਂ ਜੋ ਐਡੀ ਵੱਡੀਆਂ ਪਾਰਟੀਆਂ ਦੋ ਪਿਛਲੇ 75 ਸਾਲਾਂ ਚੋਂ ਕੋਈ ਮਤਲਬ ਕੋਈ 70 ਕੋਈ 50 ਸਾਲਾਂ ਤੋਂ ਮੰਨ ਲਓ, ਕੋਈ 60 ਸਾਲਾਂ ਤੋਂ ਜਾਂ 70 ਸਾਲ ਤੋਂ ਨਹੀਂ ਕਰ ਪਾਏ, ਤਾਂ ਤੁਸੀਂ ਕਿੱਦਾਂ ਕਰ ਪਾਓਗੇ? ਤੁਹਾਡੇ ਕੋਲ ਕਿਹੜਾ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਹੈ? USB ਕੀ ਹੈਗੀ ਆ ਤੁਹਾਡੇ ਕੋਲ, ਕੀ ਸਿਸਟਮ ਹੈ? ਤੁਸੀਂ ਲੋਕਾਂ ਨੂੰ ਉਹ ਤਾਂ ਦੱਸਦੇ ਨਹੀਂ। ਤੁਸੀਂ ਯੂ ਟਰਾਈ ਟੂ ਟਾਕ ਇਨ ਦਾ ਈਅਰ, ਲੋਕੀ ਫਿਰ ਉਹਨੂੰ ਲੈ ਕੇ ਵਿਰੋਧ ਕਰਦੇ ਨੇ। ਉਹ ਕਹਿੰਦੇ ਨੇ ਤੁਸੀਂ ਆਹ ਗੱਲ ਕੀਤੀ ਆ, ਇਹਦਾ ਕੋਈ ਅਸਰ ਨਹੀਂ ਹੈਗਾ। ਹੁਣ ਇੱਕ ਤਰ੍ਹਾਂ ਦੇ ਨਾਲ ਅਸੀਂ ਵਾਰ-ਵਾਰ ਇਹ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਕਿ ਲੋਕਾਂ ਤੋਂ ਵੋਟ ਲੈਣਾ ਲੋਕਤੰਤਰ ਨਹੀਂ, ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਲੋਕਤੰਤਰ ਹੈ। ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਹਦੇ ਬਾਰੇ ਵਿਚਾਰ ਦੇਣਾ ਭਾਰਤ ਦੇ ਪ੍ਰਤੀ ਤੁਹਾਡੀ ਸੁਹਿਰਦਤਾ ਹੈ। ਲੋਕਾਂ ਦੀਆਂ ਸਮੱਸਿਆਵਾਂ ਦਾ ਤੁਸੀਂ ਪੋਲੀਟੀਕਲ ਬਦਲ ਬਣਾ ਕੇ ਉਹਨੂੰ ਆਪਣਾ ਰਾਜ ਕਰਨਾ, ਅਸੀਂ ਆਪਣੇ ਆਪ ਨੂੰ, ਸਾਨੂੰ ਯਾਦ ਰੱਖਣਾ ਚਾਹੀਦਾ ਕਿ ਅਸੀਂ 1000 ਸਾਲ ਤੱਕ ਸਲਤਨਤ ਤੇ ਉਸ ਤੋਂ ਮੁਗਲ ਤੇ 250 ਸਾਲ ਤੱਕ ਬ੍ਰਿਟਿਸ਼ ਰੂਲ 'ਚ ਰਹੇ ਹਾਂ। ਅਸੀਂ ਜੇ ਮੁੜ ਕੇ ਇੱਦਾਂ ਦੀਆਂ ਚੀਜ਼ਾਂ ਤੋਂ ਜੇ ਬਾਜ਼ ਨਹੀਂ ਆਵਾਂਗੇ ਤਾਂ ਅਸੀਂ ਨੁਕਸਾਨ ਉਠਾ ਪਾਵਾਂਗੇ। ਸਾਡਾ ਪੋਲੀਟੀਕਲ ਪਾਰਟੀ ਦੀ ਇੱਕ ਬਹੁਤ ਵੱਡੀ, ਸਾਡੀ ਸੰਵਿਧਾਨ ਦੇ ਵਿੱਚ ਸਾਡੀਆਂ ਡਿਊਟੀਜ਼ ਹੈਗੀਆਂ ਨੇ, ਰਾਈਟ ਹੈ, ਡਿਊਟੀਜ਼ ਨੇ। ਉਹ ਡਿਊਟੀਜ਼ ਕੀ ਨੇ? ਲੋਕਾਂ 'ਚ ਆਪਸੀ ਪ੍ਰੇਮ ਧਾਰਨਾ ਰੱਖਣਾ, ਵਾਤਾਵਰਨ ਦੀ ਰਖਵਾਲੀ ਰੱਖਣਾ, ਆਪਣਾ ਪਸ਼ੂ ਪਕਸ਼ੀ ਦਾ ਜਿਹੜੇ ਨੇ ਉਹਨਾਂ ਦੇ ਪ੍ਰਤੀ ਤੁਹਾਡੀ ਸਾਨਭੂਲਤਾ ਹੋਵੇ, ਸੱਚਾਈ ਹੋਵੇ,
ਪਰਿਵਾਰਾਂ ਦੇ ਪ੍ਰਤੀ ਤੁਹਾਡੀ ਯੋਗਦਾਨ ਹੋਵੇ, ਸਮਾਜ ਦੇ ਪ੍ਰਤੀ ਯੋਗਦਾਨ ਹੋਵੇ, ਵਾਤਾਵਰਣ ਦੇ ਪ੍ਰਤੀ ਯੋਗਦਾਨ ਹੋਵੇ। ਉਹਦੇ ਵਿੱਚੋਂ ਸਭ ਤੋਂ ਵੱਡੀ ਇਹ ਹੈ ਕਿ ਅਸੀਂ ਜੇ ਸਭ ਕੁਝ ਕਰਾਂਗੇ ਅਸੀਂ ਆਪਣਾ ਲੋਕਤੰਤਰ ਬਚਾ ਕੇ ਰੱਖਾਂਗੇ। ਤੋ ਕੀ ਇਲੈਕਸ਼ਨ 'ਚ ਇਹਨਾਂ ਚੀਜ਼ਾਂ ਦੀ ਗੱਲ ਹੁੰਦੀ ਹੈ? ਜੇ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੋਗੇ, ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇਸ ਲਈ ਹਜੇ ਲੋਕਾਂ ਤੱਕ ਪਹੁੰਚਣ ਦਾ ਨਜ਼ਰੀਆ ਉਹੀ ਆ ਕਿ ਕਾਂਗਰਸ ਨੇ ਆਹ ਕੁਝ ਨਹੀਂ ਕੀਤਾ, ਆਹ ਬੀਜੇਪੀ ਨੇ ਅਸੀਂ ਕਰਕੇ ਦਿਖਾ ਲਾਂਗੇ। ਉਹ ਇਸ ਗੱਲ ਤੇ ਆ ਰਹੇ ਨੇ। ਹੁਣ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਲੋਕਾਂ ਨੇ ਸੋਚਿਆ ਠੀਕ ਹੈ ਤੁਸੀਂ ਕਰਕੇ ਦਿਖਾਓ, ਅਸੀਂ ਤੁਹਾਨੂੰ ਪੂਰੀ ਮੈਜੋਰਟੀ ਦਿੰਦੇ ਹਾਂ। ਉਹਨਾਂ ਨੇ ਕਾਂਗਰਸ ਨੂੰ ਪਰੇ ਕਰ ਦਿੱਤਾ, ਅਕਾਲੀ ਦਲ ਨੂੰ ਪਰੇ ਕਰ ਦਿੱਤਾ, ਬੀਜੇਪੀ ਨੂੰ ਪਰੇ ਕਰ ਦਿੱਤਾ, ਬੀਐਸਪੀ ਨੂੰ ਬਿਲਕੁਲ ਨਿਖੇੜ ਦਿੱਤਾ, ਕਮਿਊਨਿਸਟਾਂ ਨੂੰ, ਸੀਪੀਆਈ ਸੀਪੀਐਮ ਨੂੰ ਕਿਸੇ ਪਾਸੇ। ਉਹਨੇ ਕਿਹਾ ਤੁਸੀਂ ਆ ਜਾਓ, ਦੱਸੋ ਕਰਕੇ ਮੌਕਾ ਦਿੱਤਾ ਨਾ। ਹੁਣ ਜਦੋਂ ਦੁਬਾਰਾ ਇਲੈਕਸ਼ਨ ਹੋਊਗੀ ਲੋਕੀ ਇਹਨਾਂ ਤੋਂ ਸਾਬਤਾ ਮੰਗਣਗੇ। ਇਸ ਕਰਕੇ ਲੋਕਤੰਤਰ ਵਿੱਚ 5 ਸਾਲ ਕੋਈ ਬਹੁਤ ਵੱਡਾ ਸਮਾਂ ਨਹੀਂ ਹੈਗਾ। ਉਹ ਆਰਾਮ ਨਾਲ ਟਾਈਮ ਦੇ ਸਕਦੇ ਨੇ। ਹਾਂ ਜੇ ਚੰਗਾ ਕਰਦੇ ਆ 34 ਸਾਲ ਵੀ ਦੇ ਸਕਦੇ ਆ, ਚੰਗਾ ਕਰਦੇ ਆ 27 ਸਾਲ ਦਿੱਤੇ ਆ, 5 ਹੋਰ ਦਿੱਤੇ ਆ, 32 ਸਾਲ ਹੋ ਜਾਓਗੇ। ਲੇਕਿਨ ਤੁਸੀਂ ਉਹਦੇ 'ਚ ਬਿਲਕੁਲ ਸ਼ਹਿ ਲੈ ਕੇ ਨਾ ਬੈਠੋ ਕਿ ਕਿੱਥੋਂ ਸਾਨੂੰ ਮੌਕਾ ਲੱਗੇ। ਅਸੀਂ ਇਲੈਕਸ਼ਨ ਮਸ਼ੀਨਰੀ ਦਾ ਜਿਹੜੀ ਇਲੈਕਸ਼ਨਾਂ ਦੇ ਆ ਜਿਹੜੇ ਕੁਝ ਬੰਦੇ ਜਿਹੜੇ ਕਮੈਂਟੇਟਰ ਨੇ, ਐਨਾਲਿਸਿਸ ਕਰਦੇ ਨੇ, ਸਮਝਦਾਰ ਨੇ, ਉਹ ਵੀ ਗੱਲ ਕਰਦੇ ਨੇ ਇਲੈਕਸ਼ਨ ਦੀ ਪੋਲੀਟੀਕਲ ਇਕਨੋਮੀ ਬਣ ਗਈ। ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਸੰਖੇਪ ਚੋਂ ਤੁਸੀਂ ਜੋ ਵੀ ਕਹਿਣਾ ਹੋਵੇ। ਜੀ ਮੈਂ ਕਹਿੰਦਾ ਕਿ ਇਲੈਕਸ਼ਨ ਦੀ ਕੋਈ ਪੋਲੀਟੀਕਲ ਇਕਨੋਮੀ ਨੂੰ ਜੇ ਸੋਚੋਗੇ ਤਾਂ ਸਾਨੂੰ ਫਿਰ ਉਹ ਮਾਰਕੀਟ ਦੇ ਲੈਵਲ ਤੋਂ ਇਲੈਕਸ਼ਨ ਸੋਚਾਂਗੇ। ਸਾਨੂੰ ਇਲੈਕਸ਼ਨ ਨੂੰ ਇੱਕ ਮਸ਼ੀਨਰੀ ਦੇ ਤੌਰ ਦੇ ਉੱਤੇ, ਪੋਲੀਟੀਕਲ ਇਕਨੋਮੀ ਦੇ ਤੌਰ ਦੇ ਉੱਤੇ, ਇੱਕ ਮਾਰਕੀਟ ਦੇ ਤੌਰ ਦੇ ਉੱਤੇ ਨਾ ਸੋਚ ਕੇ ਸਾਨੂੰ ਜਿਹੜਾ ਇਹ ਲੋਕਤੰਤਰ ਦੀ ਕਿਸ ਤਰ੍ਹਾਂ ਅਸੀਂ ਜੜ ਜਿਹੜੀ ਆ ਹੋਰ ਡੂੰਘੀ ਕਰਨੀ ਆ, ਉਹਦੇ ਤੇ ਅਗਰ ਅਸੀਂ ਸਰਕਾਰ ਨਾ ਵੀ ਬਣਾ ਪਾਏ, ਅਗਰ ਅਸੀਂ ਲੋਕਾਂ ਦੀ ਗੱਲ ਅੱਛੀ ਤਰੀਕੇ ਨਾਲ, ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਪਾਏ, ਉਹਨਾਂ ਤੱਕ ਪਹੁੰਚ ਕਰ ਪਾਏ, ਤਾਂ ਆਉਣ ਵਾਲੇ ਸਮੇਂ ਤੱਕ ਇਹਨਾਂ ਪਾਰਟੀਆਂ ਦੀ ਇੱਕ ਪਹਿਚਾਨ ਰਹੇਗੀ। ਰਾਮ ਮਨੋਹਰ ਲੋਹੀਆ ਨੂੰ ਲੋਕੀ ਹੁਣ ਤੱਕ ਯਾਦ ਕਰਦੇ ਨੇ, ਜੈ ਪ੍ਰਕਾਸ਼ ਨਾਰਾਇਣ ਨੂੰ ਹੁਣ ਤੱਕ ਯਾਦ ਕਰਦੇ ਨੇ। ਉਹਨਾਂ ਨੇ ਇੰਦਰਾ ਗਾਂਧੀ ਜਿੰਨਾ ਲੰਬਾ ਰਾਜ ਤਾਂ ਨਹੀਂ ਕੀਤਾ, ਕਦੀ ਗੱਦੀ ਤੇ ਨਹੀਂ ਬੈਠੇ ਉਹ। ਸੁਭਾਸ਼ ਚੰਦਰ ਨੂੰ ਲੋਕੀ ਹੁਣ ਵੀ ਯਾਦ ਕਰਦੇ ਨੇ, ਜ਼ਿਆਦਾ ਯਾਦ ਕਰਦੇ ਨੇ। ਜੇ ਤੁਸੀਂ ਕਹੋ ਵੀ ਸੁਭਾਸ਼ ਚੰਦਰ ਬੋਸ ਤੇ ਨਹਿਰੂ ਜੀ ਆਓ, ਲੋਕੀ ਕਿੱਧਰ ਪਹਿਲਾਂ ਜਾਣਗੇ? ਲੋਕੀ ਸੁਭਾਸ਼ ਨੂੰ ਪਹਿਲਾਂ ਜਾਣਗੇ। ਲੋਕੀ ਮਹਾਤਮਾ ਗਾਂਧੀ ਨੇ 1935 ਚ ਕਹਿਤਾ ਸੀ ਮੈਂ ਕਾਂਗਰਸ ਪਾਰਟੀ ਭੰਗ ਕੀਤੀ ਹੈ, ਮੇਰਾ ਕੋਈ ਮਤਲਬ ਨਹੀਂ ਹੈਗਾ। ਹੁਣ ਲੋਕੀ ਅਰਵਿੰਦ ਨੂੰ ਯਾਦ ਕਰਦੇ ਨੇ। ਕਿਉਂ ਯਾਦ ਕਰਦੇ ਨੇ? ਕਿਉਂਕਿ ਲੋਕਤੰਤਰ ਇੱਕ ਐਸਾ ਤੰਤਰ ਹੈ ਜਿਹੜਾ ਲੋਕਾਂ ਦਾ ਤੰਤਰ ਹੈ। ਜੇ ਤੁਸੀਂ ਲੋਕਾਂ ਨੂੰ ਮਦਦ ਵੀ ਕਰ ਦੋਗੇ ਫਿਰ ਤਾਂ ਸਿਰਫ ਰਾਜਤੰਤਰ ਹੋਏਗਾ। ਰਾਜਤੰਤਰ ਜਿਹੜਾ ਹੈਗਾ ਉਹ ਤੁਸੀਂ ਲੋਕਾਂ ਦੀ ਜਿਹੜੀ ਸ਼ਕਤੀ ਲੈ ਕੇ ਰਾਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਫਿਰ ਉਹ ਨਹੀਂ ਬਣੇਗਾ। ਇਸ ਲਈ ਬਹੁਤ ਜ਼ਰੂਰੀ ਆ ਇਹਨਾਂ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਸਮਝਣਾ, ਇਹਨਾਂ ਇਲੈਕਸ਼ਨ ਤੋਂ ਇਹ ਨਤੀਜਾ ਕੱਢਣਾ, ਨਿਕਸ਼ ਕੱਢਣਾ ਕਿ ਇਹ ਲੋਕਤੰਤਰ ਨੂੰ ਕਿਸ ਹੱਦ ਤੱਕ ਰੁਸ਼ਨਾ ਰਹੇ ਨੇ। ਜੇ ਕੋਈ ਕਮੀ ਪੇਸ਼ੀ ਆ ਤਾਂ ਉਹਦੇ ਬਾਰੇ ਵਿਚਾਰ ਕਰਨੀ, ਉਹਦੇ ਵਿਚਾਰੇ ਆਪਸ ਵਿੱਚ ਹੀ ਸੋਚਣਾ। ਆਉਣ ਵਾਲੇ ਇਲੈਕਸ਼ਨਾਂ 'ਚ ਪੋਲੀਟੀਕਲ ਪਾਰਟੀ ਨੂੰ ਸਵਾਲ ਪੁੱਛਣਾ ਵੀ ਠੀਕ ਹੈ ਤੁਸੀਂ ਜਿੱਤਣ ਹਾਰਨ ਦਾ ਤੁਹਾਡਾ ਬਣਿਆ ਹੋਇਆ, ਪਰ ਇਹ ਦੱਸੋ ਤੁਸੀਂ ਲੋਕਤੰਤਰ ਨੂੰ ਕਿੰਨਾ ਕੁ ਕੰਟਰੀਬਿਊਟ ਕਰ ਰਹੇ ਹੋ। ਇਹ ਕਹਿ ਦੇਣਾ ਕਿ ਮੈਂ ਨੌਕਰੀਆਂ ਦੇਤੀਆਂ ਇਹਦੀਆਂ, ਇਹ ਕਹਿ ਦੇਣਾ ਕਿ ਮੈਂ ਇੰਨਾ ਕੁਝ ਦੇ ਦਿੱਤਾ, ਉਹ ਜ਼ਰੂਰੀ ਆ, ਬਹੁਤ ਚੰਗੀ ਗੱਲ ਵਾ, ਲੇਕਿਨ ਨਾਲ ਨਾਲ ਤੁਸੀਂ ਕਿਵੇਂ ਯੋਗਦਾਨ ਦਿੱਤਾ ਉਹ ਬੜਾ ਇੰਪੋਰਟੈਂਟ ਹੈ। ਇੱਥੇ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਤੁਸੀਂ ਇਹ ਜੇ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਨਾਲ ਵੀ ਇਸ ਨੂੰ ਸ਼ੇਅਰ ਕਰਨਾ। ਤੇ ਨਾਲ ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਕੋਈ ਟਿੱਪਣੀ ਹੋਵੇ, ਕੋਈ ਰਾਏ ਹੋਵੇ ਤਾਂ ਉਹ ਵੀ ਜ਼ਰੂਰ ਤੁਸੀਂ ਆਪਣੀ ਰਾਏ ਜਿਹੜੀ ਹੈ ਜਾਂ ਟਿੱਪਣੀ ਹੈ ਉਹ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਦੇ ਸਕਦੇ ਹੋ, ਜਾਂ YouTube ਦਾ ਜਿਹੜਾ ਕਮੈਂਟ ਬਾਕਸ ਹੈ ਉਹਦੇ ਵਿੱਚ ਜਾ ਕੇ ਆਪਣੀ ਟਿੱਪਣੀ ਤੁਸੀਂ ਦਰਜ ਕਰ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ ਇਹ ਵੀ ਅਪੀਲ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।